ਹੈਲੋ ਸਟੂਡੈਂਟਸ। ਮੈਂ ਅੱਜ ਸੌਫਟਵੇਅਰ ਇੰਜੀਨੀਅਰਿੰਗ ਕਰਾਵਾਂਗੀ ਅਤੇ ਇੱਕ ਵਨ ਸ਼ਾਟ ਦੇ ਵਿੱਚ ਸਾਰਾ ਸਿਲੇਬਸ ਕਵਰ ਕਰਵਾਵਾਂਗੀ। ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਸਾਨੂੰ ਹੁੰਦਾ ਵਾ ਕਿ ਲਾਸਟ ਟਾਈਮ ਦੇ ਉੱਤੇ ਆਪਾਂ ਫਾਈਨਲ ਐਗਜ਼ਾਮ ਦੇਣਾ ਹੈ ਅਤੇ ਹੁਣ ਸਾਨੂੰ ਹੁੰਦਾ ਹੈ ਕਿ ਆਪਾਂ ਇੱਕੋ ਟਾਈਮ ਦੇ ਵਿੱਚ ਸਾਰੀ ਰਿਵੀਜ਼ਨ ਕਰਨੀ ਹੈ ਸਾਰੇ ਸਿਲੇਬਸ ਦੀ। ਇਸ ਕਰਕੇ ਮੈਂ ਇੱਕ ਵਨ ਸ਼ਾਟ ਵੀਡੀਓ ਲੈ ਕੇ ਆਈ ਹਾਂ ਜਿਹਦੇ ਵਿੱਚ ਆਪਾਂ ਫਾਈਨਲ ਐਗਜ਼ਾਮ ਦੀ ਚੰਗੀ ਤਰ੍ਹਾਂ ਰਿਵੀਜ਼ਨ ਕਰ ਸਕਦੇ ਹਾਂ ਵਨ ਸ਼ਾਟ ਦੇ ਵਿੱਚ। ਸਟਾਰਟਿੰਗ ਵਿਦ ਦ ਫਸਟ ਟੌਪਿਕ ਕਿ ਸੌਫਟਵੇਅਰ ਕੀ ਹੁੰਦਾ ਹੈ ਅਤੇ ਇੰਜੀਨੀਅਰਿੰਗ ਕੀ ਹੁੰਦੀ ਹੈ। ਦੋ ਵਰਡਸ ਤੋਂ ਬਣਿਆ ਹੈ ਸੌਫਟਵੇਅਰ ਇੰਜੀਨੀਅਰਿੰਗ। ਸੌਫਟਵੇਅਰ ਐਂਡ ਇੰਜੀਨੀਅਰਿੰਗ। ਸੌਫਟਵੇਅਰ ਦਾ ਮਤਲਬ ਹੁੰਦਾ ਹੈ ਕਿ ਸੈੱਟ ਆਫ ਪ੍ਰੋਗਰਾਮਸ ਨੇ, ਇੰਸਟਰਕਸ਼ਨਸ ਹੈ ਜਿਨ੍ਹਾਂ ਨੂੰ ਅਸੀਂ ਫੋਲੋ ਕਰਨਾ ਹੈ, ਇੱਕ ਪ੍ਰੋਟੋਕੋਲ ਨੂੰ ਫੋਲੋ ਕਰਨਾ ਹੈ ਅਤੇ ਆਪਾਂ ਪ੍ਰੋਪਰ ਫੰਕਸ਼ਨੈਲਿਟੀ ਪਰਫੋਰਮ ਕਰਨੀ ਹੈ। ਇੰਜੀਨੀਅਰਿੰਗ ਦਾ ਮਤਲਬ ਹੁੰਦਾ ਹੈ ਕਿ ਉਹੀ ਆਪਾਂ ਸਾਇੰਟੀਫਿਕ ਪ੍ਰੈਕਟੀਕਲ ਵਰਕ ਕਰ ਰਹੇ ਹਾਂ ਕਿਸੇ ਚੀਜ਼ ਨੂੰ ਵਰਕ ਕਰਨ ਲਈ, ਇਨਵੈਂਟ ਕਰਨ ਲਈ, ਡਿਜ਼ਾਈਨਿੰਗ, ਬਿਲਡਿੰਗ, ਮੇਨਟੇਨਿੰਗ ਐਂਡ ਇੰਪਰੂਵ ਕਰਨ ਲਈ ਫਰੇਮਵਰਕ ਨੂੰ। ਸੌਫਟਵੇਅਰ ਦੀ ਐਵੋਲਿਊਸ਼ਨ ਪਹਿਲੇ ਇਨੀਸ਼ੀਅਲ ਡਿਵੈਲਪਮੈਂਟ ਹੁੰਦੀ ਹੈ, ਫਿਰ ਚੇਂਜਸ ਆਉਂਦੇ ਨੇ, ਆਪਾਂ ਉਹਨਾਂ ਦੀ ਸਰਵਿਸਿੰਗ ਕਰਦੇ ਹਾਂ, ਫੇਜ਼ ਆਊਟ ਹੁੰਦਾ ਐਂਡ ਕਲੋਜ਼। ਮਤਲਬ ਕਿ ਆਪਾਂ ਸੌਫਟਵੇਅਰ ਨੂੰ ਚੇਂਜਸ ਕਰਦੇ ਹਾਂ, ਸੌਫਟਵੇਅਰ ਨੂੰ ਮੇਨਟੇਨ ਕਰਦੇ ਹਾਂ। ਸਾਡਾ ਮੇਨ ਜਿਹੜਾ ਆਈਡੀਆ ਹੈ ਸੌਫਟਵੇਅਰ ਇੰਜੀਨੀਅਰਿੰਗ ਦਾ ਹੈਗਾ ਕਿ ਆਪਾਂ ਜਿਹੜੀਆਂ ਨਵੀਆਂ ਚੀਜ਼ਾਂ ਨੂੰ, ਨਵੇਂ ਐਪਲੀਕੇਸ਼ਨਸ ਨੂੰ ਬਿਲਡਅਪ ਕਰਨਾ, ਪ੍ਰੋਪਰਲੀ ਪਲੈਨਿੰਗ ਕਰਨੀ ਹੈ, ਫਿਰ ਅਸੀਂ ਪਲੈਨਿੰਗ ਦੇ ਅਕੋਰਡਿੰਗਲੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੂੰ ਦੇਖਣਾ ਹੈ, ਇਹ ਸਾਰਾ ਕੁਝ ਆਏਗਾ। Software paradigms के refers to the methods and steps which are taken while designing software। ਪੈਰਾਡਿਗਮਸ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਇੱਕ ਪ੍ਰੋਪਰ ਜਿਹੜਾ ਵਾ ਸੀਕੁਐਂਸ ਫੋਲੋ ਕਰਨੀ ਹੈ, ਸਟੈਪਸ ਫੋਲੋ ਕਰਨੇ ਆ ਤਾਂ ਕਿ ਅਸੀਂ ਜਿਹੜਾ ਵਾ ਇੱਕ ਪ੍ਰੋਪਰ ਸੌਫਟਵੇਅਰ ਨੂੰ ਡਿਜ਼ਾਈਨ ਕਰ ਸਕੀਏ। ਪ੍ਰੋਗਰਾਮਿੰਗ ਹੋਏਗੀ, ਸੌਫਟਵੇਅਰ ਦੀ ਡਿਜ਼ਾਈਨਿੰਗ ਹੋਏਗੀ, ਫਿਰ ਉਹਦੀ ਡਿਵੈਲਪਮੈਂਟ ਹੋਏਗੀ, ਮੇਨਟੇਨਿੰਗ ਹੋਏਗੀ, ਬੈਕ ਐਂਡ 'ਤੇ ਵਰਕ ਹੋਏਗਾ, ਰਿਕਵਰੀ ਹੋਏਗੀ, ਇਹ ਸਾਰੇ ਪ੍ਰੋਸੈਸਿਸ ਆਉਂਦੇ ਆ। ਸੌਫਟਵੇਅਰ ਇੰਜੀਨੀਅਰਿੰਗ ਦੀ ਲੋੜ ਕਿਉਂ ਪਈ ਕਿ ਪਹਿਲੀ ਗੱਲ ਸੌਫਟਵੇਅਰ ਬੜੇ ਲਾਰਜ ਸੌਫਟਵੇਅਰ ਸਕੇਲੇਬਿਲਿਟੀ ਆ ਜਾਏਗੀ, ਕੋਸਟ ਉਹਦੀ ਬਹੁਤ ਹਾਈ ਹੁੰਦੀ ਹੈ, ਡਾਇਨਾਮਿਕ ਨੇਚਰ, ਕੁਆਲਿਟੀ ਮੈਨੇਜਮੈਂਟ। ਜਿੱਦਾਂ ਜਿੱਦਾਂ ਕੰਪਲੈਕਸਿਟੀ, ਐਫਰਟ ਜਾਂ ਟਾਈਮ ਟੇਕਨ ਜਿਹੜੇ ਨੇ ਉਹ ਵੱਧਦੇ ਨੇ, ਸਾਈਜ਼ ਜਿਹੜਾ ਵਾ ਉਹ ਵੀ ਇਨਕਰੀਜ਼ ਕਰਦਾ ਹੈ। ਸੌਫਟਵੇਅਰ ਦੇ ਕਰੈਕਟਰਿਸਟਿਕਸ ਕੀ ਹੈ ਕਿ ਵੇਅਰ ਆਊਟ ਨਹੀਂ ਹੁੰਦਾ, ਮੈਨੂਫੈਕਚਰ ਨਹੀਂ ਹੁੰਦਾ, ਰੀਯੂਜ਼ੇਬਿਲਿਟੀ ਹੋ ਜਾਂਦੀ ਹੈ ਕੰਪੋਨੈਂਟਸ ਦੀ, ਫਲੈਕਸੀਬਿਲਿਟੀ, ਮੇਨਟੇਨੇਬਿਲਿਟੀ, ਪੋਰਟੇਬਿਲਿਟੀ ਆ ਜਾਂਦੀ ਹੈ। ਸੌਫਟਵੇਅਰ ਦੇ ਵਿੱਚ ਕ੍ਰਾਈਸਿਸ ਕਿਹੜੇ ਆਉਂਦੇ ਕਿ ਆਪਾਂ ਕਿ ਯੂਜ਼ਰ ਦੀਆਂ ਰਿਕੁਆਇਰਮੈਂਟਸ ਨੂੰ ਮੀਟ ਨਹੀਂ ਕਰ ਪਾਉਂਦੇ ਚੰਗੀ ਤਰ੍ਹਾਂ, ਫ੍ਰੀਕੁਐਂਟਲੀ ਕ੍ਰੈਸ਼ ਹੋ ਜਾਂਦੇ, ਕਈ ਸੌਫਟਵੇਅਰ ਐਕਸਪੈਂਸਿਵ ਹੁੰਦੇ ਨੇ, ਡਿਫਿਕਲਟ ਹੁੰਦਾ ਵਾ ਉਹਨਾਂ ਨੂੰ ਡਿਬਗਿੰਗ ਕਰਨਾ, ਐਰਰਸ ਨੂੰ ਫਾਈਂਡ ਆਊਟ ਕਰਨਾ, ਰਿਜ਼ੋਲਵ ਕਰਨਾ, ਅਤੇ ਕਈ ਸੌਫਟਵੇਅਰ ਹੁੰਦੇ ਨੇ ਜਿਹੜੇ ਕਿ ਲੇਟ ਡਿਲੀਵਰਡ ਹੁੰਦੇ ਆ ਜਿਹਦੇ ਕਰਕੇ ਸਾਡੀ ਕ੍ਰਾਈਸਿਸ ਆ ਜਾਂਦੇ ਨੇ, ਰਿਕੁਆਇਰਮੈਂਟਸ ਅਕੋਰਡਿੰਗਲੀ ਪ੍ਰੋਪਰ ਸੌਫਟਵੇਅਰ ਨਹੀਂ ਬਣਦਾ ਅਤੇ ਕਸਟਮਰ ਨੂੰ ਪ੍ਰੋਬਲਮ ਆਉਂਦੀ ਹੈ। ਹਾਰਡਵੇਅਰ ਐਂਡ ਸੌਫਟਵੇਅਰ ਦੀ ਕੋਸਟ ਕਿ ਹਾਰਡਵੇਅਰ ਦੀ ਕੋਸਟ ਜਿਹੜੀ ਅੱਜ ਕੱਲ੍ਹ ਉਹ ਥੋੜ੍ਹੀ ਘੱਟ ਗਈ ਹੈ। ਜਿੱਦਾਂ ਕਿ ਸਾਨੂੰ ਤਾਂ ਪਤਾ ਹੀ ਹੈ ਕਿ ਹਾਰਡਵੇਅਰ ਦੀ ਕੋਸਟ ਬਹੁਤ ਜ਼ਿਆਦਾ ਹੈ, ਬਟ ਹਾਰਡਵੇਅਰ ਨੂੰ ਮੇਨਟੇਨ ਕਰਨਾ ਬਹੁਤ ਡਿਫਿਕਲਟ ਹੁੰਦਾ ਵਾ। ਸੋ ਟਾਈਮ ਦੇ ਨਾਲ ਆਪਾਂ ਹਾਰਡਵੇਅਰ ਨੂੰ ਘੱਟ ਯੂਜ਼ ਕਰ ਰਹੇ ਹਾਂ ਅਤੇ ਸੌਫਟਵੇਅਰ ਨੂੰ ਜ਼ਿਆਦਾ ਯੂਜ਼ ਕਰਦੇ ਹਾਂ ਕਿਉਂਕਿ ਸੌਫਟਵੇਅਰ ਨੂੰ ਆਪਾਂ ਈਜ਼ੀਲੀ ਰੀਪਲੇਸ ਕਰ ਸਕਦੇ ਹਾਂ, ਸੌਫਟਵੇਅਰ ਨੂੰ ਆਪਾਂ ਈਜ਼ੀਲੀ ਰੀਇੰਸਟਾਲ ਕਰ ਸਕਦੇ ਹਾਂ, ਦੁਬਾਰਾ ਜਿਹੜੇ ਕੋਈ ਵਾਇਰਸ ਵਗੈਰਾ ਆ ਗਏ ਆਪਾਂ ਉਹਨਾਂ ਨੂੰ ਈਜ਼ੀਲੀ ਰਿਮੂਵ ਕਰ ਸਕਦੇ ਹਾਂ। ਬਟ ਹਾਰਡਵੇਅਰ ਦੇ ਵਿੱਚ ਕੋਸਟ ਬਹੁਤ ਜ਼ਿਆਦਾ ਪੈ ਜਾਂਦੀ ਹੈ ਅਤੇ ਹਾਰਡਵੇਅਰ ਦੇ ਵਿੱਚ ਸਾਨੂੰ ਕੀ ਪੂਰਾ ਦਾ ਪੂਰਾ ਹਾਰਡਵੇਅਰ ਹੀ ਰਿਪਲੇਸ ਕਰਨਾ ਪੈ ਜਾਂਦਾ ਹੈ ਅਤੇ ਸੌਫਟਵੇਅਰ ਦੇ ਵਿੱਚ ਇੱਦਾਂ ਦਾ ਕੁਝ ਹੁੰਦਾ ਨਹੀਂ ਹੈ। ਨੈਕਸਟ ਸਾਡੇ ਕੋਲ ਆਉਂਦਾ ਅਜਾਈਲ ਮਾਡਲ ਵਿਚ ਇਜ਼ ਦੀ ਮੋਸਟ ਇੰਪੋਰਟੈਂਟ ਟੌਪਿਕ ਫॉर द ਪੇਪਰ ਪੁਆਇੰਟ ਆਫ ਵਿਊ। ਭਾਵੇਂ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ ਜਾਂ ਤੁਸੀਂ ਗੇਟ ਦਾ ਕੋਈ ਪੇਪਰ ਦੇ ਰਹੇ ਹੋ ਜਾਂ ਕੋਈ ਵੀ ਪੇਪਰ ਦੇ ਰਹੇ ਹੋ, ਅਜਾਈਲ ਮਾਡਲ ਇਜ਼ ਦ ਮੋਸਟ ਇੰਪੋਰਟੈਂਟ ਟੌਪਿਕ। ਅਜਾਈਲ ਡਿਸਕ੍ਰਾਈਬਸ ਦੀ ਮੈਥਡੋਲੋਜੀਜ਼ ਫॉर ਇੰਕਰੀਮੈਂਟਲ ਸੌਫਟਵੇਅਰ ਡਿਵੈਲਪਮੈਂਟ। ਅਜਾਈਲ ਮਾਡਲ ਕੀ ਹੈ ਇਹ ਕੀ ਹੈ ਮੋਸਟ ਆਫ ਦੀ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਿਸ, ਫੈਕਟਰੀਜ਼, ਇੰਡਸਟਰੀਜ਼, ਕਿਸੇ ਵੀ ਟੈਕਨੋਲੋਜੀਕਲ ਪਾਰਟ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ 'ਤੇ ਵੱਡੀਆਂ ਬਿਲਡਿੰਗਸ ਦੇ ਵਿੱਚ ਆਪਾਂ ਕੀ ਅਜਾਈਲ ਮਾਡਲ ਨੂੰ ਹੀ ਫੋਲੋ ਕਰਦੇ ਹਾਂ। ਅਜਾਈਲ ਦੇ ਵਿੱਚ ਕੀ ਇੰਡੀਵਿਜੂਅਲਸ ਦੀ ਇੰਟਰੈਕਸ਼ਨਸ ਹੁੰਦੀ ਆ, ਓਵਰ ਪ੍ਰੋਸੈਸਿਸ ਐਂਡ ਟੂਲਸ ਵਰਕਿੰਗ ਕੀਤੀ ਜਾਂਦੀ ਹੈ ਸੌਫਟਵੇਅਰ 'ਤੇ, ਓਵਰ ਕੰਪਰੀਹੈਂਸਿਵ ਡਾਕੂਮੈਂਟ, ਕਸਟਮਰ ਕੋਲੈਬੋਰੇਸ਼ਨ, ਓਵਰ ਕੰਟਰੈਕਟ ਨੈਗੋਸ਼ੀਏਸ਼ਨ ਐਂਡ ਰਿਸਪੌਂਡਿੰਗ ਟੂ ਚੇਂਜ, ਓਵਰ ਫੋਲੋਇੰਗ ਅ ਪਲਾਨ। ਦੀਜ਼ ਆਰ ਦੀ ਅਜਾਈਲ ਮੈਨੀਫੈਸਟੋ। ਅਜਾਈਲ ਦੇ ਪ੍ਰਿੰਸੀਪਲਸ ਕੀ ਹੈ ਕਿ ਕਸਟਮਰ ਦੀ ਸੈਟਿਸਫੈਕਸ਼ਨ ਜਿਹੜੀ ਆ ਉਹ ਨਾਲੋਂ ਨਾਲ ਆਪਾਂ ਕਸਟਮਰ ਦੇ ਅਕੋਰਡਿੰਗਲੀ ਅਸੀਂ ਪ੍ਰੋਡਕਟ ਬਣਾਈ ਜਾਣਾ ਵੈ, ਜੋ ਅਸੀਂ ਬਣਾਉਣਾ ਨਾਲੋਂ ਨਾਲ ਅਸੀਂ ਕਸਟਮਰ ਨੂੰ ਦਿਖਾਈ ਜਾਣਾ ਵਾ, ਉਹਦੀ ਡਿਲੀਵਰੀ ਕਰੀ ਜਾਣੀ ਹੈ, ਫ੍ਰੀਕੁਐਂਟਲੀ ਉਹਦੇ ਉੱਤੇ ਵਰਕ ਕਰਨਾ ਵਾ। ਜਿਵੇਂ ਕਿ ਕੋਈ ਕਸਟਮਰ ਆਇਆ ਉਹਨੇ ਕਿਹਾ ਕਿ ਇਹ ਚੇਂਜਸ ਕਰਨੇ ਆ ਅਤੇ ਨਾਲੋਂ ਨਾਲ ਸਾਨੂੰ ਜਿਹੜੇ ਉਹਨੂੰ ਚੇਂਜਸ ਕਰਕੇ ਉਹਨੂੰ ਅਪਡੇਟ ਕਰ ਦੇਣਾ ਚਾਹੀਦਾ ਵਾ ਕਿ ਇਹ ਚੇਂਜਸ ਹੋ ਗਏ ਨੇ, ਹੁਣ ਤੁਸੀਂ ਹੋਰ ਦੱਸੋ। ਜੇ ਕੋਈ ਕਸਟਮਰ ਲੇਟ ਚੇਂਜਸ ਕਰ ਰਿਹਾ ਵਾ ਕਿ ਨਹੀਂ ਜੀ ਹੁਣ ਮੈਨੂੰ ਇਹ ਪਸੰਦ ਨਹੀਂ ਆਇਆ, ਤੁਸੀਂ ਇਹ ਕਰ ਦਿਓ, ਤਾਂ ਸਾਨੂੰ ਉਹਦਾ ਵੀ ਪ੍ਰੋਪਰਲੀ ਵੈਲਕਮ ਕਰਨਾ ਚਾਹੀਦਾ। ਡੇਲੀ ਕੋਆਪਰੇਸ਼ਨ ਹੋਣੀ ਚਾਹੀਦੀ ਹੈ ਬਿਜ਼ਨਸ ਪੀਪਲ ਦੇ ਵਿਚਕਾਰ, ਫੇਸ ਟੂ ਫੇਸ ਕਨਵਰਸੇਸ਼ਨ ਹੋਣੀ ਚਾਹੀਦੀ ਹੈ ਅਤੇ ਪ੍ਰੋਜੈਕਟਸ ਜਿਹੜੇ ਨੇ ਸਿਰਫ ਉਹੀ ਪੀਪਲ ਬਣਾਉਣ ਜਿਨ੍ਹਾਂ 'ਤੇ ਆਪਾਂ ਜਿਹੜਾ ਵਾ ਟਰਸਟ ਕਰ ਸਕਦੇ ਹਾਂ। ਨੈਕਸਟ ਇਸ ਕੀ ਸਿੰਪਲੀਸਿਟੀ, ਸਿੰਪਲ ਪ੍ਰੋਜੈਕਟ ਹੋਵੇ ਅਤੇ ਸੈਲਫ ਔਰਗਨਾਈਜ਼ਿੰਗ ਟੀਮ ਹੋਣੀ ਚਾਹੀਦੀ ਹੈ। ਅਜਾਈਲ ਦੇ ਵਿੱਚ ਕੀ ਹਾਈ ਲੈਵਲ ਪਲੈਨਿੰਗ ਹੁੰਦੀ ਹੈ, ਫਿਰ ਐਨਾਲਿਸਿਸ ਹੁੰਦੇ ਨੇ, ਫਿਰ ਨੰਬਰ ਆਫ ਆਈਟਰੇਸ਼ਨਸ ਜਾਂਦੀਆਂ। ਇਹਦੇ ਵਿੱਚ ਕੀ ਹੈ ਕਿ 4 ਮੈਥਡੋਲੋਜੀਜ਼ ਆਉਂਦੀਆਂ ਅਜਾਈਲ ਦੇ ਵਿੱਚ, ਸਕਰਮ, XP, FDD ਐਂਡ LSD। ਸਕਰਮ ਐਂਡ XP ਜਿਹੜੇ ਨੇ ਮੋਸਟ ਵਾਈਡਲੀ ਯੂਜ਼ ਕੀਤੇ ਜਾਂਦੇ ਆ।
ਸਕਰਮ ਜਿਹੜਾ ਵਾ ਇੱਕ ਤਰ੍ਹਾਂ ਦਾ ਫਰੇਮਵਰਕ ਹੈ ਕਿ ਅਸੀਂ ਇੱਕ ਪ੍ਰੋਸੈਸ ਨੂੰ ਜਿਹੜਾ ਵਾ ਆਈਟਰੇਟਿਵ ਪ੍ਰੋਸੈਸ ਨੂੰ ਯੂਟੀਲਾਈਜ਼ ਕਰਨਾ, ਉਹਦਾ ਜਸਟ ਇੱਕ ਫਰੇਮਵਰਕ ਆਉਂਦਾ ਹੈ। ਸਕਰਮ ਦੇ ਫੀਚਰਸ ਕੀ ਹੈ? ਪ੍ਰੋਡਕਟ ਬੈਕਲੌਗ, ਸਪ੍ਰਿੰਟ ਪਲੈਨਿੰਗ, ਸਪ੍ਰਿੰਟ ਬੈਕਲੌਗ, ਸਕਰਮ ਇੰਕਰੀਮੈਂਟ, ਸਪ੍ਰਿੰਟ ਰਿਵਿਊ ਐਂਡ ਸਪ੍ਰਿੰਟ ਰੈਟਰੋਸਪੈਕਟਿਵ। ਨੈਕਸਟ ਇਜ਼ XP, ਦੈਟ ਇਜ਼ ਐਕਸਟ੍ਰੀਮ ਪ੍ਰੋਗਰਾਮਿੰਗ। ਇਹਦਾ ਮਤਲਬ ਕੀ ਹੈ ਕਿ ਜਿਹੜੇ ਵੀ ਆਪਾਂ ਟਰਡੀਸ਼ਨਲ ਟਾਈਮ ਤੋਂ ਜਿਹੜੇ ਵੀ ਟੂਲਸ ਯੂਜ਼ ਕਰ ਰਹੇ ਹਾਂ, ਪ੍ਰੈਕਟਿਸਿਸ ਯੂਜ਼ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਜਿਹੜਾ ਵਾ ਐਕਸਟ੍ਰੀਮ ਲੈਵਲ ਦੇ ਉੱਤੇ ਲੈ ਕੇ ਜਾਣਾ ਹੈ ਅਤੇ ਕਸਟਮਰ ਦੀ ਨੀਡਸ ਅਕੋਰਡਿੰਗਲੀ ਆਪਾਂ ਕੀ ਮੋਰ ਰਿਸਪੋਂਸਿਵ ਕਰਨਾ ਅਤੇ ਬੈਟਰ ਕੁਆਲਿਟੀ ਦਾ ਪ੍ਰੋਡਕਟ ਦੇਣਾ। ਨੈਕਸਟ ਇਜ਼ FDD, ਦੈਟ ਇਜ਼ ਦੀ ਫੀਚਰ ਡਰਿਵਨ ਡਿਵੈਲਪਮੈਂਟ। ਇਹਦੇ ਵਿੱਚ ਕੀ ਹੈ? ਆਈਟਰੇਟਿਵ ਡਿਵੈਲਪਮੈਂਟ ਪ੍ਰੋਸੈਸ ਹੈ, ਮਤਲਬ ਕਲਾਇੰਟ ਵੈਲਿਊਡ ਫੰਕਸ਼ਨੈਲਿਟੀ ਤੋਂ, ਮਤਲਬ ਕਲਾਇੰਟਸ ਦੀਆਂ ਜਿਹੜੀਆਂ ਵੀ ਪ੍ਰੋਬਲਮਸ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਵਾ ਅਸੀਂ ਫੰਕਸ਼ਨਸ ਨੂੰ ਬਣਾਉਣਾ ਵਾ। ਨੈਕਸਟ ਇਜ਼ TDD, ਟੈਸਟ ਡਰਿਵਨ ਡਿਵੈਲਪਮੈਂਟ, ਕਿ ਆਪਾਂ ਜਿਹੜਾ ਵੀ ਟੈਕਨੀਕਸ ਯੂਜ਼ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ, ਹਰ ਇੱਕ ਚੀਜ਼ ਜਿਹੜੀ ਹੈ ਪ੍ਰੋਪਰਲੀ ਟੈਸਟਡ ਹੋਣੀ ਚਾਹੀਦੀ ਹੈ, ਹਰ ਟੈਸਟ ਕੇਸਿਸ ਜਿਹੜੇ ਨੇ ਉਹ ਬਣੇ ਹੋਣੇ ਚਾਹੀਦੇ। ਨੈਕਸਟ ਇਜ਼ ਲੀਨ, डिज़ाइन टू एलिमिनेट वेस्ट, एम्पलीफाई लर्निंग, मेक डिसीजन लेट, फास्ट डिलीवरी। मतलब कि जे कोई लेट डिसीजनस भी आप आ रहे हैं तो असीं उन्होंने भी प्रॉपरली वेलकम करना है, फास्ट डिलीवरी करनी है, इंप्रूवमेंट्स करनी है नालों नाल, ठीक है। नैक्सट इज़ SDLC, दैट इज़ द सॉफ्टवेयर डेवलपमेंट लाइफ साइकिल, विच इज़ द मोस्ट इंपॉर्टेंट टॉपिक पेपर पॉइंट ऑफ व्यू, पेपर दे विच आना ही आना है। सॉफ्टवेयर डेवलपमेंट लाइफ साइकिल, सिस्टमैटिक प्रोसेस फॉर बिल्डिंग सॉफ्टवेयर दैट इंश्योर्स इट्स क्वालिटी एंड करेक्टनेस। Framework defines task performance at each step in software development process। SDLC ਦੇ ਵਿੱਚ ਕੀ ਬੋਲਿਆ ਕਿ ਇੱਕ ਸਿਸਟਮੈਟਿਕ ਪ੍ਰੋਸੈਸ ਹੈ ਸੌਫਟਵੇਅਰ ਨੂੰ ਬਿਲਡ ਕਰਨ ਦਾ, ਇਨਸ਼ੋਰ ਕਰਨ ਦਾ ਕਿ ਪ੍ਰੋਪਰ ਕੁਆਲਿਟੀ ਯੂਜ਼ ਕੀਤੀ ਹੈ ਕਿ ਨਹੀਂ, ਕਰੈਕਟ ਜਿਹੜਾ ਵਾ ਪ੍ਰੋਡਕਟ ਬਣਿਆ ਹੈ ਕਿ ਨਹੀਂ, ਅਤੇ ਇੱਕ ਫਰੇਮਵਰਕ ਹੈ ਜਿਹੜਾ ਕਿ ਪਰਫੋਰਮੈਂਸ ਦੱਸੇਗਾ ਉਹਦੀ। 6 ਫੇਜ਼ਿਸ ਹੁੰਦੇ ਨੇ ਕਿਸੇ ਵੀ ਸੌਫਟਵੇਅਰ ਨੂੰ ਬਣਾਉਣ ਦੇ, ਦੈਟ ਇਜ਼ ਦੀ ਪ੍ਰੋਪਰ ਪਲੈਨਿੰਗ ਕਰਨੀ ਹੈ, ਐਨਾਲਿਸਿਸ, ਡਿਜ਼ਾਈਨਿੰਗ, ਡਿਵੈਲਪਮੈਂਟ, ਟੈਸਟਿੰਗ ਐਂਡ ਇੰਟੀਗ੍ਰੇਸ਼ਨ ਐਂਡ ਮੇਨਟੇਨੈਂਸ। ਪਲੈਨਿੰਗ ਦੇ ਵਿੱਚ ਆਉਂਦਾ ਕਿ ਸਾਡੇ ਗੋਲਸ ਕੀ ਆ, ਓਬਜੈਕਟਿਵਸ ਕੀ, ਅਸੀਂ ਕਿੱਦਾਂ ਉਹਨੂੰ ਅਚੀਵ ਕਰਨਾ ਵਾ। ਐਨਾਲਿਸਿਸ ਦੇ ਵਿੱਚ ਆਉਂਦਾ ਕਿ ਕਿੰਨਾ ਟਾਈਮ ਲੱਗ ਰਿਹਾ, ਟਾਈਮ ਕੰਪਲੈਕਸਿਟੀ, ਸਪੇਸ ਕੰਪਲੈਕਸਿਟੀ ਆ ਜਾਏਗੀ। ਡਿਜ਼ਾਈਨਿੰਗ ਦੇ ਵਿੱਚ ਆਉਂਦਾ DFDs, UMLs, ਡਾਇਗਰਾਮਸ ਆਉਣਗੀਆਂ, ਸਟਰਕਚਰ ਚਾਰਟ ਆਏਗਾ, ਫਲੋ ਚਾਰਟਸ ਆਉਣਗੇ। ਡਿਵੈਲਪਮੈਂਟ ਦੇ ਵਿੱਚ ਆਏਗਾ ਕੋਡਿੰਗ ਵਗੈਰਾ ਕਿ ਕਿਹੜਾ ਕੋਡ ਲਿਖਣਾ ਵਾ, ਕਿਸ ਤਰੀਕੇ ਨਾਲ ਅਸੀਂ ਬਣਾਉਣਾ ਵਾ। ਟੈਸਟਿੰਗ ਐਂਡ ਇੰਟੀਗ੍ਰੇਸ਼ਨ ਦੇ ਵਿੱਚ ਸਾਡੇ ਕੋਲ ਨੰਬਰ ਆਫ ਟੈਸਟ ਆਉਂਦੇ ਨੇ, ਟੈਸਟ ਕੇਸਿਸ ਨੇ ਸਾਡੇ ਕੋਲ, ਜਿਹਦੇ ਨਾਲ ਆਪਾਂ ਚੈੱਕ ਕਰਾਂਗੇ ਕਿ ਸੌਫਟਵੇਅਰ ਜਿਹੜਾ ਵਾ ਪ੍ਰੋਪਰਲੀ ਵਰਕ ਕਰ ਰਿਹਾ ਹੈ ਕਿ ਨਹੀਂ। ਐਂਡ ਦੈਨ ਇਜ਼ ਦੀ ਮੇਨਟੇਨੈਂਸ ਲਾਸਟ। ਉਸ ਤੋਂ ਬਾਅਦ ਫਸਟ ਮਾਡਲ ਹੈ ਦੈਟ ਇਜ਼ ਦੀ ਵਾਟਰਫਾਲ ਮਾਡਲ। ਵਾਟਰਫਾਲ ਮਾਡਲ ਕੀ ਹੈ ਕਿ ਸਿਕੁਐਂਸ਼ੀਅਲ ਸਟੈਪ ਬਾਏ ਸਟੈਪ ਪ੍ਰੋਸੈਸ ਹੈ। ਵਾਟਰਫਾਲ ਮਾਡਲ ਦੇ ਵਿੱਚ ਕਿ ਆਪਾਂ ਜਿਹੜਾ ਸਟੈਪ ਬਾਏ ਸਟੈਪ ਚੱਲ ਰਿਹਾ ਹੈ, ਬੜਾ ਹੀ ਓਲਡੈਸਟ ਮਾਡਲ ਹੈ, ਪੁਰਾਣੇ ਟਾਈਮ ਤੋਂ ਆਪਾਂ ਵਾਟਰਫਾਲ ਮਾਡਲ ਹੀ ਯੂਜ਼ ਕਰ ਰਹੇ ਹਾਂ। ਸੈਕਿੰਡ ਇਜ਼ ਦੀ ਪ੍ਰੋਟੋਟਾਈਪ ਮਾਡਲ, ਜਿਹਨੂੰ ਅਸੀਂ ਥਰੋ ਅਵੇ ਜਾਂ ਫਿਰ ਟੋਏ ਮਾਡਲ ਵੀ ਬੋਲਦੇ ਹਾਂ। ਇਹ ਜਿਹੜਾ ਵਾ ਸ਼ਾਰਟ ਪ੍ਰੋਜੈਕਟਸ ਲਈ ਯੂਜ਼ ਕੀਤਾ ਜਾਂਦਾ ਵਾ, ਇਸ ਕਰਕੇ ਇਹਨੂੰ ਟੋਏ ਮਾਡਲ ਜਾਂ ਥਰੋ ਅਵੇ ਬੋਲਿਆ ਜਾਂਦਾ ਕਿ ਮਤਲਬ ਯੂਜ਼ ਕੀਤਾ ਐਂਡ ਥਰੋ ਕੀਤਾ। ਨੈਕਸਟ ਇਜ਼ ਦਾ ਇੰਕਰੀਮੈਂਟਲ ਐਂਡ ਐਵੋਲੂਸ਼ਨਰੀ ਮਾਡਲ। ਇਹਦੇ ਵਿੱਚ ਕੀ ਕਿ ਬ੍ਰੋਕਨ ਡਾਊਨ ਕੀਤਾ ਜਾਂਦਾ ਵਾ ਮੋਡਿਊਲ ਨੂੰ ਸਮਾਲਰ ਮੋਡਿਊਲਸ ਦੇ ਵਿੱਚ। ਦੈਨ ਇਜ਼ ਦਾ ਸਪਾਇਰਲ ਮਾਡਲ, ਜਿਹਨੂੰ ਅਸੀਂ ਮੈਟਾ ਮਾਡਲ ਵੀ ਬੋਲਦੇ ਹਾਂ। ਇਹ ਸਾਰੇ ਲਾਈਫ ਸਾਈਕਲਸ ਨੂੰ, ਸਾਰੇ ਮਾਡਲਸ ਨੂੰ ਜਿਹੜਾ ਵਾ ਇਹ ਕੰਪਾਈਲ ਕਰ ਲੈਂਦਾ। ਐਡਵਾਂਟੇਜਸ ਕੀ SDLC ਮਾਡਲਸ ਦੀਆਂ? ਡਿਵੈਲਪਮੈਂਟ ਸਪੀਡ ਇਨਕਰੀਜ਼ਿਸ, product quality increases, improve tracking, improve client relations and decrease project risk। ਵਾਟਰਫਾਲ ਮਾਡਲ ਕੀ ਹੈ? ਦਾ ਓਲਡੈਸਟ ਮਾਡਲ। ਇਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਸਟੈਪ ਬਾਏ ਸਟੈਪ ਪ੍ਰੋਸੈਸ ਹੈ, ਕਿ ਇਹਨੇ ਸਟੈਪ ਬਾਏ ਸਟੈਪ ਹੀ ਚੱਲਣਾ, ਇਹਨੇ ਬੈਕ ਟਰੈਕ ਨਹੀਂ ਕਰਨਾ, ਇਹਨੇ ਵਾਪਸ ਪਿੱਛੇ ਨਹੀਂ ਜਾਣਾ। ਜੇ ਆਪਾਂ ਥਰਡ ਸਟੈਪ 'ਤੇ ਆ ਗਏ ਅਤੇ ਬਾਈ ਚਾਂਸ ਸੈਕਿੰਡ ਦੇ ਵਿੱਚ ਸਾਨੂੰ ਕੋਈ ਐਰਰ ਨਜ਼ਰ ਆ ਗਿਆ, ਆਪਾਂ ਬੈਕ ਟਰੈਕ ਕਰਕੇ ਸੈਕਿੰਡ 'ਤੇ ਨਹੀਂ ਜਾ ਸਕਦੇ, ਸਾਨੂੰ ਪਹਿਲੇ ਸਾਰੇ ਸਟੈਪਸ ਨੂੰ ਕੰਪਲੀਟ ਕਰਨਾ ਪਏਗਾ। ਦੈਨ ਅਗੇਨ ਫਸਟ ਸਟੈਪ ਤੋਂ ਅਗੇਨ ਉਹਨੂੰ ਸਟਾਰਟ ਕਰਕੇ ਸਾਰੇ ਐਰਰਸ ਨੂੰ ਰਿਜ਼ੋਲਵ ਕਰਨਾ ਪਏਗਾ, ਠੀਕ ਹੈ। ਪਹਿਲਾ ਸਟੈਪ ਇਜ਼ ਅ ਫੀਜ਼ੀਬਿਲਿਟੀ ਸਟੱਡੀ, ਕਿ ਆਪਾਂ ਜਿਹੜਾ ਵਾ ਸਟੱਡੀ ਕਰਨਾ, ਗੋਲਸ ਵੇਖਣੇ, ਯੂਜ਼ਰ ਰਿਕੁਆਇਰਮੈਂਟਸ ਨੂੰ ਮੀਟ ਕਰਨਾ। ਦੈਟ ਇਜ਼ ਦੀ ਰਿਕੁਆਇਰਮੈਂਟ ਐਨਾਲਿਸਿਸ, ਕਿ ਜੇ ਯੂਜ਼ਰ ਦੀਆਂ ਰਿਕੁਆਇਰਮੈਂਟਸ ਕੀ ਹੁਣ ਅਸੀਂ ਉਹ ਦੇਖਾਂਗੇ। ਯੂਜ਼ਰ ਰਿਕੁਆਇਰਮੈਂਟਸ ਵੀ ਦੋ ਤਰ੍ਹਾਂ ਦੀਆਂ ਆਉਂਦੀਆਂ ਹੈ, ਫੰਕਸ਼ਨਲ ਐਂਡ ਨੋਨ ਫੰਕਸ਼ਨਲ, ਜਿਹਨੂੰ ਅਸੀਂ ਬਾਅਦ 'ਚੋਂ ਦੇਖਾਂਗੇ। ਥਰਡ ਸਟੈਪ ਇਜ਼ ਦਾ ਡਿਜ਼ਾਈਨਿੰਗ ਕਰਨੀ ਹੈ ਕਿ ਇੰਟਰਨਲ ਲੌਜਿਕ ਕੀ ਹੋਏਗਾ। ਹੁਣ ਡਿਜ਼ਾਈਨਿੰਗ ਵੀ ਦੋ ਤਰ੍ਹਾਂ ਦੀ ਆਉਂਦੀ ਹੈ, ਇਨੀਸ਼ੀਅਲ ਐਂਡ ਡਿਟੇਲਡ, ਉਹਨੂੰ ਵੀ ਅਸੀਂ ਬਾਅਦ 'ਚੋਂ ਦੇਖਾਂਗੇ। ਫੋਰਥ ਸਟੈਪ ਇਜ਼ ਕੋਡਿੰਗ ਐਂਡ ਯੂਨਿਟ ਟੈਸਟਿੰਗ, ਜਿਹਦੇ ਵਿੱਚ ਆਪਾਂ ਕੋਡਿੰਗ ਕਰਨੀ ਹੈ, ਹਰ ਇੱਕ ਚੀਜ਼ ਨੂੰ ਜਿਹੜਾ ਪ੍ਰੋਪਰਲੀ ਟੈਸਟ ਕਰਨਾ। ਉਸ ਤੋਂ ਬਾਅਦ ਆਏਗਾ ਟੈਸਟਿੰਗ। ਹੁਣ ਟੈਸਟਿੰਗ ਜਿਹੜੀ ਹੈ ਬਹੁਤ ਟਾਈਪਸ ਦੀ ਆਉਂਦੀ ਹੈ। ਪਹਿਲੇ ਆਏਗਾ ਫੰਕਸ਼ਨਲ ਐਂਡ ਸਟਰਕਚਰਲ, ਜਿਹਨੂੰ ਅਸੀਂ ਬਲੈਕ ਬਾਕਸ ਜਾਂ ਵਾਈਟ ਬਾਕਸ ਟੈਸਟ ਬੋਲਦੇ ਹਾਂ। ਟੈਸਟਿੰਗ ਦੇ ਵਿੱਚ 4 ਲੈਵਲਸ ਵੀ ਆਉਂਦੇ ਨੇ, ਯੂਨਿਟ, ਇੰਟੈਗਰੇਸ਼ਨ, ਸਿਸਟਮ ਐਂਡ ਐਕਸੈਪਟੈਂਸ। ਯੂਨਿਟ ਟੈਸਟਿੰਗ ਹੁੰਦੀ ਹੈ ਜਿਹਦੇ ਵਿੱਚ ਆਪਾਂ ਜਿਹੜਾ ਸਿੰਗਲ ਯੂਨਿਟ ਨੂੰ ਟੈਸਟ ਕਰਦੇ ਹਾਂ। ਇੰਟੈਗਰੇਸ਼ਨ ਟੈਸਟਿੰਗ ਹੁੰਦੀ ਹੈ ਕਿ 2 ਯੂਨਿਟਸ ਨੂੰ ਟੈਸਟ ਕੀਤਾ, ਕੰਬਾਈਨ ਕੀਤਾ ਅਤੇ ਫਿਰ ਚੈੱਕ ਕੀਤਾ ਕਿ ਹੁਣ 2 ਕੰਬਾਈਨ ਹੋ ਕੇ ਵਰਕ ਕਰ ਰਿਹਾ ਹੈ ਕਿ ਨਹੀਂ। ਸਿਸਟਮ ਟੈਸਟਿੰਗ ਹੁੰਦੀ ਹੈ ਕਿ ਆਪਾਂ ਓਵਰਆਲ ਸਿਸਟਮ ਨੂੰ ਇਕੱਠਾ ਹੀ ਟੈਸਟ ਕਰਨਾ ਹੈ। ਅਤੇ ਐਕਸੈਪਟੈਂਸ ਟੈਸਟਿੰਗ ਹੁੰਦੀ ਹੈ ਜਿਹਦੇ ਵਿੱਚ ਆਪਾਂ
ਕਸਟਮਰ ਨੂੰ ਬੋਲਦੇ ਆ ਕਿ ਕਸਟਮਰ ਉਹਨੂੰ ਐਕਸੈਪਟ ਕਰਦਾ ਪਿਆ ਕਿ ਨਹੀਂ, ਕਸਟਮਰ ਉਹਨੂੰ ਟੈਸਟ ਕਰੇਗਾ ਕਿ ਕਸਟਮਰ ਦੇ ਅਕੋਰਡਿੰਗਲੀ ਇਹ ਬਣਿਆ ਕਿ ਨਹੀਂ। ਜੇ ਕਸਟਮਰ ਨੇ ਉਹਨੂੰ ਐਕਸੈਪਟ ਕਰ ਲਿਆ ਦੈਨ ਇਜ਼ ਦੀ ਐਕਸੈਪਟੈਂਸ ਟੈਸਟਿੰਗ। ਨਾਓ ਰਿਕੁਆਇਰਮੈਂਟਸ ਆਉਂਦੀਆਂ ਫੰਕਸ਼ਨਲ ਐਂਡ ਨਾਨ ਫੰਕਸ਼ਨਲ। ਫੰਕਸ਼ਨਲ ਕੀ ਹੈ, ਡਿਫਾਈਨ ਸਿਸਟਮ ਔਰ ਕੰਪੋਨੈਂਟਸ, ਉਹ ਸਿਸਟਮ ਨੂੰ ਜਾਂ ਕੰਪੋਨੈਂਟਸ ਨੂੰ ਡਿਫਾਈਨ ਕਰਦੇ। ਜਿਹੜੇ ਨਾਨ ਫੰਕਸ਼ਨਲ ਕੁਆਲਿਟੀ ਐਟਰੀਬਿਊਟ ਨੂੰ ਦੱਸਦਾ। ਫੰਕਸ਼ਨਲ ਵਟ ਸ਼ੁੱਡ ਸੌਫਟਵੇਅਰ ਸਿਸਟਮ ਡੂ, ਫੰਕਸ਼ਨਲ ਦੱਸਣਾ ਕਿ ਸੌਫਟਵੇਅਰ ਸਿਸਟਮ ਕਰਦਾ ਕੀ ਪਿਆ ਜਾਂ ਉਹਨੇ ਕੀ ਕਰਨਾ। ਅਤੇ ਨਾਨ ਫੰਕਸ਼ਨਲ ਦੱਸਣਾ ਕਿ ਉਹ ਕਿੱਦਾਂ ਕਰੇਗਾ, ਫੁਲਫਿਲ ਕਿੱਦਾਂ ਕਰੇਗਾ ਰਿਕੁਆਇਰਮੈਂਟਸ ਨੂੰ। ਫੰਕਸ਼ਨਲ ਸਪੈਸੀਫਾਈ ਹੁੰਦਾ ਹੈ ਬਾਈ ਯੂਜ਼ਰ, ਨਾਨ ਫੰਕਸ਼ਨਲ ਸਪੈਸੀਫਾਈ ਹੁੰਦਾ ਬਾਈ ਟੈਕਨੀਕਲ ਪੀਪਲ। ਫੰਕਸ਼ਨਲ ਮੈਂਡੇਟਰੀ ਹੈ, ਉਹ ਨੋਟ ਮੈਂਡੇਟਰੀ ਹੈ। ਫੰਕਸ਼ਨਲ ਡਿਫਾਈਨ ਹੁੰਦਾ ਹੈ ਕੰਪੋਨੈਂਟ ਲੈਵਲ 'ਤੇ, ਉਹ ਅਪਲਾਈ ਹੁੰਦਾ ਵਾ ਸਿਸਟਮ ਐਜ਼ ਅ ਹੋਲ। ਫੰਕਸ਼ਨਲ ਦੇ ਵਿੱਚ ਆਪਾਂ ਵੈਰੀਫਾਈ ਕਰਦੇ ਹਾਂ ਫੰਕਸ਼ਨੈਲਿਟੀ ਨੂੰ, ਨਾਨ ਫੰਕਸ਼ਨਲ ਵਿੱਚ ਆਪਾਂ ਪਰਫੋਰਮੈਂਸ ਨੂੰ ਵੈਰੀਫਾਈ ਕਰਦੇ ਹਾਂ। ਨੈਕਸਟ ਇਜ਼ ਇਨੀਸ਼ੀਅਲ ਐਂਡ ਡਿਟੇਲ ਡਿਜ਼ਾਈਨ। ਇਨੀਸ਼ੀਅਲ ਦੇ ਵਿੱਚ ਕਹਿੰਦੇ ਕਿ ਆਰਕੀਟੈਕਚਰਲ ਡਿਜ਼ਾਈਨ ਦੇਖਣਾ ਸੀ, ਮਤਲਬ ਬਾਹਰ ਵਾਲੀ ਚੀਜ਼ ਦੇਖਣੀ ਹੈ। ਅਤੇ ਡਿਟੇਲ ਦੇ ਵਿੱਚ ਆਪਾਂ ਸੌਫਟਵੇਅਰ ਦੇ ਬਲੌਕਸ ਦੇਖਣੇ, ਸੌਫਟਵੇਅਰ ਆਰਕੀਟੈਕਚਰ ਕੀ ਅੰਦਰ ਵਾਲਾ ਸਟਰਕਚਰ ਕਿੱਦਾਂ ਦਾ ਆਏਗਾ। ਇਨੀਸ਼ੀਅਲ ਦੇ ਵਿੱਚ ਆਪਾਂ ਉਹਨੂੰ ਕੰਪੋਨੈਂਟਸ 'ਚ ਸਪਲਿਟ ਕਰ ਸਕਦੇ ਹਾਂ। ਡਿਟੇਲ ਦੇ ਵਿੱਚ ਇੰਟਰੈਕਸ਼ਨਸ ਹੁੰਦੀਆਂ ਅਤੇ ਇੰਟਰਫੇਸਿਸ ਆਉਂਦੇ ਨੇ। ਇਨੀਸ਼ੀਅਲ ਦੇ ਵਿੱਚ ਆਪਾਂ ਯੂਜ਼ਰ ਰਿਕੁਆਇਰਮੈਂਟਸ ਨੂੰ ਮੀਟ ਕਰਨਾ, ਡਿਟੇਲ ਦੇ ਵਿੱਚ ਆਪਾਂ ਉਹਨਾਂ ਦਾ ਐਕਟੀਵਿਟੀ ਸੀ ਉਹਨਾਂ ਦਾ ਜਿਹੜਾ ਬਿਹੇਵੀਅਰ ਦੇਖਣਾ। ਰਿਲੇਟਿਵ ਐਫਰਟ ਫॉर ਫੇਜ਼ਸ, ਮਤਲਬ ਕਿ ਡਿਵੈਲਪਮੈਂਟ ਫੇਜ਼ ਲਈ ਕਿਹੜਾ ਆਉਂਦਾ ਵਾ, ਫਿਜ਼ੀਬਿਲਿਟੀ ਸਟੱਡੀ ਐਂਡ ਟੈਸਟਿੰਗ ਆਉਂਦੀ ਹੈ। ਮੇਨਟੇਨੈਂਸ ਫੇਜ਼ ਲਈ ਸਾਰੇ ਲਾਈਫ ਸਾਈਕਲਸ ਆ ਸਕਦੇ ਆ ਅਤੇ ਟੈਸਟਿੰਗ ਫੇਜ਼ ਲਈ ਸਾਰੇ ਡਿਵੈਲਪਮੈਂਟ ਫੇਜ਼ਸ ਆਉਂਦੇ ਨੇ। ਠੀਕ ਹੈ। ਨੈਕਸਟ ਇਜ਼ ਦੀ ਪ੍ਰੋਟੋਟਾਈਪ ਮਾਡਲ। ਪ੍ਰੋਟੋਟਾਈਪ ਨੂੰ ਕੀ ਆਪਾਂ ਥਰੋ ਮਾਡਲ ਜਾਂ ਥਰੋ ਅਵੇ ਜਾਂ ਟੋਏ ਮਾਡਲ ਬੋਲਦੇ ਹਾਂ ਕਿ ਸਮਾਲ ਪ੍ਰੋਜੈਕਟਸ ਲਈ ਯੂਜ਼ ਕੀਤਾ ਜਾਂਦਾ ਵਾ। ਉਹੀ ਰਿਕੁਆਇਰਮੈਂਟਸ ਨੂੰ ਗੈਦਰਿੰਗ ਕਰਨਾ, ਇੱਕ ਡਿਸੀਜ਼ਨ ਲੈਣਾ। ਹੁਣ ਜੇ ਡਿਸੀਜ਼ਨ ਲੈ ਲਿਆ, ਜਾਂ ਤਾਂ ਉਹ ਰਿਫਾਈਨਿੰਗ ਕਰੇਗਾ, ਮਤਲਬ ਦੁਬਾਰਾ ਤੋਂ ਉਹਨੂੰ ਦੁਬਾਰਾ ਸਹੀ ਕਰੇਗਾ, ਰਿਜ਼ੋਲਵ ਕਰੇਗਾ, ਕੋਈ ਚੇਂਜਸ ਕਰੇਗਾ, ਜਾਂ ਫਿਰ ਇੱਕ ਪ੍ਰੋਟੋਟਾਈਪ ਬਣਾ ਕੇ ਸਿੱਧਾ ਕਸਟਮਰ ਨੂੰ ਦੇਵੇਗਾ। ਕਸਟਮਰ ਕੋਲ ਪਹੁੰਚਣ ਤੋਂ ਬਾਅਦ ਐਕਸੈਪਟੈਂਸ ਹੋਏਗੀ, ਡਿਜ਼ਾਈਨਿੰਗ, ਇੰਪਲੀਮੈਂਟੇਸ਼ਨ, ਟੈਸਟਿੰਗ ਐਂਡ ਮੇਨਟੇਨੈਂਸ ਆਏਗੀ। ਠੀਕ ਹੈ। ਇਹ ਸਟੈਪਸ ਜਿਹੜੇ ਫੋਲੋ ਹੋਣੇ ਆ ਹਰ ਮਾਡਲ ਦੇ ਵਿੱਚ। ਐਵੋਲੂਸ਼ਨਰੀ ਮਾਡਲ ਜਿਹਦੇ ਵਿੱਚ ਆਪਾਂ ਕੰਪੋਜੀਸ਼ਨ ਡੀਕੰਪੋਜੀਸ਼ਨ ਕਰਦੇ ਹਾਂ, ਮਤਲਬ ਕਿ ਮੋਡਿਊਲਸ ਨੂੰ ਬ੍ਰੋਕਨ ਡਾਊਨ ਕਰਨਾ ਇੰਟੂ ਸਮਾਲ ਮੋਡਿਊਲਸ ਦੇ ਵਿੱਚ। ਜਿਵੇਂ ਕਿ ਇੱਕ ਸਮਾਲ ਮੋਡਿਊਲ ਹੈ GUI ਬੇਸਡ ਹੈ, ਪਹਿਲੇ ਅਸੀਂ ਉਹਨੂੰ ਪ੍ਰੋਪਰਲੀ ਚੈੱਕ ਕਰਾਂਗੇ, ਬਣਾਵਾਂਗੇ, ਕ੍ਰੀਏਟ ਕਰਾਂਗੇ, ਟੈਸਟਿੰਗ ਕਰਾਂਗੇ। ਨੈਕਸਟ B ਮੋਡਿਊਲ ਬਣਾਇਆ, ਫਿਰ AB ਨੂੰ ਇਕੱਠਾ ਕੰਬਾਈਨ ਟੈਸਟਿੰਗ ਕੀਤੀ, ਫਿਰ ABC 3 ਮੋਡਿਊਲਸ ਆਏ, ਫਿਰ ਆਪਾਂ ਉਹਨੂੰ ਪ੍ਰੋਪਰਲੀ ਟੈਸਟਿੰਗ ਕੀਤੀ। ਠੀਕ ਹੈ। ਉਹ ਹੋ ਗਿਆ ਬ੍ਰੋਕਨ ਡਾਊਨ ਕੀਤਾ, ਉਹਨੂੰ ਕੰਬਾਈਨ ਕੀਤਾ, ਡੀਕੰਪੋਜ਼ ਕੀਤਾ, ਅਤੇ ਇਸ ਤਰੀਕੇ ਨਾਲ ਉਹਨੇ ਵਰਕਿੰਗ ਕਰਨੀ ਹੈ ਮਾਡਲਸ 'ਤੇ। ਫੋਰਥ ਵਨ ਇਜ਼ ਦੀ ਸਪਾਇਰਲ ਮਾਡਲ, ਜਿਹਦੇ ਵਿੱਚ ਉਹਨੇ ਸਾਰੇ ਲਾਈਫ ਸਾਈਕਲਸ ਨੂੰ ਇਨਕੰਪਾਸ ਕਰਨਾ। ਇਸਦਾ ਕੁਆਡਰੈਂਟਸ ਬਣ ਜਾਂਦੇ ਨੇ 4। ਫਸਟ ਕੁਆਡਰੈਂਟ ਦੇ ਵਿੱਚ ਉਹਨੇ ਆਬਜੈਕਟਿਵ ਦੇਖਣੀ ਹੈ, ਸੈਕਿੰਡ ਦੇ ਵਿੱਚ ਉਹਨੇ ਰਿਸਕ ਵਗੈਰਾ ਦੇਖਣਾ ਹੈ, ਥਰਡ ਦੇ ਵਿੱਚ ਉਹਨੇ ਡਿਵੈਲਪ ਕਰਨਾ ਹੈ ਨੈਕਸਟ ਲੈਵਲ ਆਫ ਪ੍ਰੋਡਕਟ, ਵੈਲੀਡੇਸ਼ਨਸ ਵਗੈਰਾ ਦੇਖੇਗਾ, ਵੈਰੀਫਿਕੇਸ਼ਨ ਦੇਖੇਗਾ, ਐਂਡ ਫੋਰਥ ਵਨ ਦੇ ਵਿੱਚ ਉਹਨੇ ਦੇਖਣਾ ਹੈ ਕਸਟਮਰ ਦੀ ਐਵੋਲੂਸ਼ਨ, ਕਿ ਕਸਟਮਰ ਦੇ ਅਕੋਰਡਿੰਗ ਜਿਹੜਾ ਇਹ ਪ੍ਰੋਡਕਟ ਬਣਿਆ ਹੈ ਕਿ ਨਹੀਂ। ਨੈਕਸਟ ਹੁਣ CO2 ਹੈ, ਜਿਹਦੇ ਵਿੱਚ ਆਪਾਂ ਫੰਕਸ਼ਨਲ ਨਾਨ ਫੰਕਸ਼ਨਲ ਰਿਕੁਆਇਰਮੈਂਟਸ ਨੂੰ ਦੇਖਾਂਗੇ, ਐਨਾਲਿਸਿਸ, ਗੈਦਰਿੰਗ, DFDs, UML, ਸਟਰਕਚਰ ਚਾਰਟਸ, ਮਾਡਲਿੰਗ, ਮੋਡੂਲੈਰਿਟੀ, ਕੋਹੈਜ਼ਨ, ਕਪਲਿੰਗ, ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ। ਸਭ ਤੋਂ ਪਹਿਲਾਂ ਆਉਂਦਾ ਫੰਕਸ਼ਨਲ ਓਰੀਐਂਟਿਡ ਡਿਜ਼ਾਈਨ। ਇਹਦੇ ਵਿੱਚ ਕੀ ਹੈ ਕਿ ਮਾਡਲ ਇਜ਼ ਡੀਕੰਪੋਜ਼ਡ ਇਨਟੂ ਸੈਟ ਆਫ ਇੰਟਰੈਕਟਿੰਗ ਯੂਨਿਟਸ। ਫੰਕਸ਼ਨ ਓਰੀਐਂਟਿਡ ਹੈ, ਇਸ ਕਰਕੇ ਆਪਾਂ ਫੰਕਸ਼ਨਸ ਨੂੰ ਦੇਖਣਾ ਵਾ, ਯੂਨਿਟਸ ਦੇ ਵਿੱਚ, ਮੋਡਿਊਲਸ ਦੇ ਵਿੱਚ ਡੀਕੰਪੋਜ਼ ਕੀਤਾ ਹੋਇਆ ਵਾ, ਅਤੇ ਉਹਦੇ ਅਕੋਰਡਿੰਗ ਆਪਾਂ ਦੇਖਣਾ। ਫੰਕਸ਼ਨਲ ਓਰੀਐਂਟਿਡ ਦੇ ਵਿੱਚ 2 ਆਉਂਦੇ ਨੇ, DFD ਐਂਡ ਸਟਰਕਚਰ ਚਾਰਟ। DFD ਨੂੰ ਅਸੀਂ ਬੋਲਦੇ ਹਾਂ ਡੇਟਾ ਫਲੋ ਡਾਇਗਰਾਮ, ਐਂਡ ਸਟਰਕਚਰ ਚਾਰਟ ਜਿਹੜਾ ਵਾ ਇੱਕ ਰੈਕਟੈਂਗੂਲਰ ਚਾਰਟ ਜਾਂ ਇੱਕ ਫਲੋ ਚਾਰਟ ਟਾਈਪ ਹੁੰਦਾ ਵਾ। ਠੀਕ ਹੈ। DFD ਦੇ ਵਿੱਚ ਕੀ ਉਹ ਡੇਟਾ ਪ੍ਰੋਸੈਸਿੰਗ ਦੱਸੇਗਾ, ਉਹਦੇ ਵਿੱਚ ਕੰਪੋਨੈਂਟਸ ਆਉਂਦੇ ਆ, ਇੰਟਾਈਟੀ, ਪ੍ਰੋਸੈਸ, ਡੇਟਾ ਸਟੋਰੇਜ, ਡੇਟਾ ਫਲੋ ਐਂਡ ਡੇਟਾ ਸਟੋਰ। ਅਤੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇੱਕ DFD ਡਾਇਗਰਾਮ ਅਤੇ ਇੱਕ UML ਡਾਇਗਰਾਮ ਜਿਹੜੀ ਹੈ ਉਹ ਆਉਣੀ ਹੀ ਆਉਣੀ, ਕਿਉਂਕਿ ਦੈਟ ਇਜ਼ ਦ ਮੋਸਟ ਇੰਪੋਰਟੈਂਟ ਟੋਪਿਕ ਅਕੋਰਡਿੰਗ ਟੂ CO2, DFD ਐਂਡ UML। ਸਟਰਕਚਰ ਚਾਰਟ ਜਿਹੜਾ ਇਹ ਡਿਪੈਂਡ ਕਰਦਾ ਹੈ, ਆ ਵੀ ਸਕਦਾ ਹੈ, ਨਹੀਂ ਵੀ ਆ ਸਕਦਾ, ਬਟ DFD ਐਂਡ UML ਉਹ ਦੋਨੋਂ ਆਉਣੇ ਹੀ ਆਉਣੇ। ਯੂਜ਼ ਕੇਸ ਡਾਇਗਰਾਮ ਆਏਗੀ ਤੁਹਾਡੇ ਕੋਲ, ਲੈਵਲ 0, ਲੈਵਲ 1 ਦੀ ਡਾਇਗਰਾਮ ਆਏਗੀ, ਇਹ ਚੀਜ਼ ਆਉਣੀ ਹੀ ਆਉਣੀ ਹੈ। ਸਟਰਕਚਰ ਚਾਰਟ ਦੇ ਵਿੱਚ ਕਿੰਨਾ ਕਿ ਫੰਕਸ਼ਨ ਡੀਕੰਪੋਜ਼ ਕੀਤਾ ਜਾਂਦਾ ਵਾ, ਸਬ ਫੰਕਸ਼ਨ ਦੇ ਵਿੱਚ ਹਾਇਰਾਰਕੀਕਲ ਸਟਰਕਚਰ ਹੈ ਮੋਡਿਊਲਸ ਦਾ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਨੇ ਉਹ ਗ੍ਰਾਫ ਦੇਖ ਲੈਣਾ, ਡਾਇਗਰਾਮਸ ਦੇਖ ਲੈਣਾ ਕਿ ਕਿਸ ਤਰੀਕੇ ਨਾਲ ਕਿਹੜੀ ਚੀਜ਼ ਕਿਹਨੂੰ ਰਿਪਰੈਜ਼ੈਂਟ ਕਰ ਰਹੀ ਹੈ। DFD 'ਚ ਕੀ ਹੈ 4 ਲੈਵਲ ਜਾਂਦੇ ਨੇ, 0, 1, 2 ਐਂਡ 3। ਮੋਸਟ ਇੰਪੋਰਟੈਂਟ ਲੈਵਲ ਜਿਹੜਾ ਵਾ 0 ਐਂਡ 1 ਹੀ ਹੁੰਦਾ ਵਾ। 0 ਦੇ ਵਿੱਚ ਕੀ ਆਪਾਂ ਬੇਸਿਕ ਕਨਸੈਪਟ ਦੱਸਦੇ ਹਾਂ, ਸਾਰਾ ਕੁਝ ਆ ਜਾਂਦਾ ਹੈ ਕਿ ਆਪਾਂ ਇੱਕ ਫੂਡ ਆਰਡਰਿੰਗ ਸਿਸਟਮ ਬਣਾ ਰਹੇ ਹਾਂ, ਅਤੇ ਫੂਡ ਆਰਡਰ ਕਰ ਰਹੇ ਹਾਂ, ਅਤੇ ਉਹਦੇ ਵਿੱਚ ਕੀ ਆਏਗਾ, ਬਿਲਿੰਗ ਆਏਗੀ, ਕਸਟਮਰ ਹੋਏਗਾ, ਸਪਲਾਈ ਹੋਏਗਾ, ਕਿਚਨ ਹੋਏਗਾ, ਮੈਨੇਜਰ ਹੋਏਗਾ, ਜਾਂ ਹੋਰ ਵੀ ਜਿਹੜੇ ਚੀਜ਼ਾਂ ਤੁਸੀਂ ਐਡ ਔਨ ਕਰਨਾ ਚਾਹੁੰਦੇ ਹੋ। ਲੈਵਲ 0 ਕੀ ਬੇਸਿਕ ਆਉਂਦਾ, ਓਵਰਆਲ ਦੱਸਦਾ ਡਿਜ਼ਾਇਨਿੰਗ। ਲੈਵਲ 1 ਦੇ ਵਿੱਚ ਫਰਦਰ ਆਉਂਦਾ ਕਿ ਹੁਣ ਕਿਚਨ ਦੇ ਵਿੱਚ ਹੈ, ਕਿਚਨ ਹੈ, ਜਿਵੇਂ ਆਪਾਂ ਕਿਚਨ ਲੈ ਲਿਆ ਪਾਰਟ, ਕਿਚਨ ਦੇ ਵਿੱਚ ਕੀ ਆਏਗਾ, ਹੁਣ ਕਿਚਨ ਦੇ ਵਿੱਚ ਸਬਜ਼ੀਆਂ ਪਈਆਂ ਹੋਈਆਂ ਨੇ, ਇਹ ਚੀਜ਼ਾਂ ਪਈਆਂ। ਜੇ ਬਿਲਿੰਗ ਆਪਾਂ ਲੈ ਰਹੇ ਹਾਂ, ਬਿਲਿੰਗ ਦੇ ਵਿੱਚ UPI ਨਾਲ ਕਰਨੀ ਹੈ ਜਾਂ ਫਿਰ ਕੈਸ਼ ਕਰਨਾ ਵਾ। ਠੀਕ ਹੈ। ਮੈਨੇਜਰ ਆ ਗਿਆ, ਅਤੇ ਫਿਰ ਉਹਨੇ ਹੁਣ ਐਂਟਰੀਜ਼ ਐਡ ਔਨ ਕਰਨੀਆਂ ਵਾ ਕਿ ਇਹਦੀ
ਵੇਖੀ ਹੈ ਆਪਾਂ, ਇਹਦੀ ਮੈਸੇਜ ਆਇਆ ਵਾ, ਇਹ ਉਹ ਦੇਖੇਗਾ। ਠੀਕ ਹੈ, ਸਾਰੇ ਡਿਸਕ੍ਰਿਪਟਿਵ ਡਿਟੇਲਸ ਹੈਗੀਆਂ ਨੇ। ਨੈਕਸਟ ਟੌਪਿਕ ਇਜ਼ ਆਬਜੈਕਟ ਓਰੀਐਂਟਡ। ਇਹਦੇ ਵਿੱਚ ਅਸੀਂ ਕੀ ਹੈ, ਆਬਜੈਕਟਸ ਦੀ ਕਲੈਕਸ਼ਨ ਦੇਖਣੀ, ਇਹਦੀ ਐਵੋਲਿਊਸ਼ਨ ਹੋਈ ਹੈ। ਸਟਰਕਚਰ ਪ੍ਰੋਗਰਾਮਿੰਗ, ਸਟਰਕਚਰ ਡਿਜ਼ਾਈਨ ਐਂਡ ਸਟਰਕਚਰ ਐਨਾਲਿਸਿਸ। 2 ਆਬਜੈਕਟ ਓਰੀਐਂਟਡ, ਆਬਜੈਕਟ ਪ੍ਰੋਗਰਾਮਿੰਗ, ਆਬਜੈਕਟ ਓਰੀਐਂਟਡ ਐਨਾਲਿਸਿਸ। ਇਹਦੇ ਵਿੱਚ ਜਿਹੜੀ ਆਪਾਂ ਪ੍ਰੋਪਰ ਐਵੋਲਿਊਸ਼ਨ ਕੀਤੀ ਹੈ। ਨੈਕਸਟ ਇਜ਼ UML, ਦੈਟ ਇਜ਼ ਯੂਨੀਫਾਈਡ ਮਾਡਲਿੰਗ ਲੈਂਗੁਏਜ। ਐਕਸਟੈਂਡਡ ਲੈਂਗੁਏਜ ਹੈ ਆਬਜੈਕਟ ਨੂੰ ਸਪੈਸੀਫਾਈ ਕਰਨ ਲਈ, ਵਿਜ਼ੂਅਲਾਈਜ਼ ਕਰਨ ਲਈ, ਕੰਸਟਰਕਸ਼ਨ ਕਰਨ ਲਈ। ਠੀਕ ਹੈ ਜੀ, ਕੈਟੇਗਰੀਜ਼ ਆਉਂਦੀਆਂ ਵੇ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ, ਸਟਰਕਚਰ ਐਂਡ ਬਿਹੇਵੀਅਰ। ਸਟਰਕਚਰ ਹੁੰਦਾ ਵਾ ਸਟੈਟਿਕ ਐਸਪੈਕਟ ਐਂਡ ਬਿਹੇਵੀਅਰ ਹੁੰਦਾ ਵਾ ਡਾਇਨਾਮਿਕ ਐਸਪੈਕਟ। ਸਟਰਕਚਰਲ ਦੇ ਵਿੱਚ ਕੀ ਹੈ ਕਿ ਫਾਰਮ ਬਣਾਇਆ ਜਾਂਦਾ ਵਾ, ਡਾਇਨਾਮਿਕ ਦੇ ਵਿੱਚ ਹੁੰਦਾ ਕਿ ਜਿਸ ਆਪਾਂ ਚੇਂਜ ਕਰ ਸਕਦੇ ਹਾਂ। ਸਟੈਟਿਕ ਦੇ ਵਿੱਚ ਕਲਾਸਿਸ, ਆਬਜੈਕਟਸ, ਕੰਪੋਨੈਂਟਸ, ਡਿਪਲੋਇਮੈਂਟ ਹੋ ਗਈ, ਅਤੇ ਸਟਰਕਚਰਲ ਬਿਹੇਵੀਅਰ ਦੇ ਵਿੱਚ ਯੂਜ਼ ਕੇਸ, ਸਬਸੀਕੁਐਂਸ, ਸਟੇਟ ਚਾਰਟ ਅਤੇ ਐਕਟੀਵਿਟੀ ਆ ਗਈ। ਪਹਿਲੇ ਆਉਂਦਾ ਕਲਾਸਿਸ ਕੀ ਹੁੰਦੀਆਂ, ਜਿਵੇਂ ਕਿ ਆਪਾਂ ਬਲੂਪ੍ਰਿੰਟ ਹੁੰਦਾ ਵਾ ਆਬਜੈਕਟਸ ਦਾ, ਆਪਾਂ ਆਬਜੈਕਟਸ ਨੂੰ ਲੈ ਕੇ ਆਉਂਦੇ ਹਾਂ। ਇਹਦੇ ਵਿੱਚ ਕਲਾਸਿਸ, ਕੋਡਿੰਗ ਲੈਂਗੁਏਜ ਦੇ ਵਿੱਚ ਅਸੀਂ ਪੜ੍ਹਿਆ ਹੀ ਹੈ ਕਲਾਸਿਸ ਬਾਰੇ। ਆਬਜੈਕਟ ਕੀ ਹੁੰਦੇ ਨੇ, ਇੰਸਟੈਂਸਿਸ ਹੁੰਦੇ ਕਲਾਸਿਸ ਦੇ। ਕੰਪੋਨੈਂਟਸ ਵਿੱਚ ਕੀ ਹੈਗਾ ਕਿ ਸੈਟ ਆਫ ਕੰਪੋਨੈਂਟਸ ਕੀ ਹੈ, ਉਹਨਾਂ ਦਾ ਰਿਲੇਸ਼ਨਸ਼ਿਪ ਕੀ ਹੈ, ਉਹ ਵੀ 2 ਪਾਰਟਸ 'ਚ ਡਿਵਾਈਡ ਕੀਤਾ। ਪ੍ਰੋਵਾਈਡਡ ਇੰਟਰਫੇਸ ਐਂਡ ਰਿਕੁਆਇਰਡ ਇੰਟਰਫੇਸ। 4th ਵਨ ਇਜ਼ ਦ ਡਿਪਲੋਇਮੈਂਟ, ਕੀ ਸੈਟ ਆਫ ਨੋਡਸ ਐਂਡ ਰਿਲੇਸ਼ਨਸ਼ਿਪ ਕੀ ਹੈਗਾ ਉਹਨਾਂ ਦੇ ਵਿਚਕਾਰ। ਦੈਨ ਯੂਜ਼ ਕੇਸ ਯੂਜ਼ ਕਰਾਂਗੇ ਆਪਾਂ, ਕਿ ਯੂਜ਼ ਕੇਸ ਡਾਇਗਰਾਮ ਜਿਹੜੀ ਹੈ ਉਹ ਇੰਪੋਰਟੈਂਟ ਹੈ, ਉਹ ਪੇਪਰ ਪੁਆਇੰਟ ਆਫ ਵਿਊ ਦੇ ਵਿੱਚ ਆਉਣੀ ਹੀ ਆਉਣੀ ਹੈ। ਫਾਈਨਲਸ ਦੇ ਵਿੱਚ ਸਪੈਸ਼ਲੀ ਕਿਸੇ ਦੀ ਆ ਸਕਦੀ ਹੈ, ਜਿਵੇਂ ਕਿ ਹੈਲਥ ਹੱਬ ਦੀ ਬਣਾਓ, ਜਾਂ ਕੋਈ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਦਾ ਜਿਹੜਾ ਵਾ ਯੂਜ਼ ਕੇਸ ਡਾਇਗਰਾਮ ਬਣਾਓ, ਇਹ ਚੀਜ਼ ਆ ਸਕਦੀ ਹੈ। ਯੂਜ਼ ਕੇਸ ਦੇ ਵਿੱਚ ਕੀ ਐਕਟਰਸ ਹੁੰਦੇ ਨੇ, ਅੱਗੋਂ ਉਹਨਾਂ ਦਾ ਰਿਲੇਸ਼ਨਸ਼ਿਪ ਹੁੰਦਾ ਵਾ, ਜਿਵੇਂ ਕਿ ਐਕਟਰਸ ਰੋਲ ਪਲੇ ਕਰ ਰਹੇ ਆ। ਯੂਜ਼ ਕੇਸ ਨੂੰ ਆਪਾਂ ਓਵਲ ਸ਼ੇਪ ਹੁੰਦਾ ਵਾ, ਦੈਟ ਇਜ਼ ਦੀ ਇੰਟਰੈਕਸ਼ਨ ਕੀ ਹੈ ਯੂਜ਼ਰ ਸਿਸਟਮ ਦੇ ਵਿੱਚ, ਕਾਰ ਸਿਸਟਮ ਬਾਊਂਡਰੀ ਆਉਂਦੀ ਹੈ ਕਿ ਐਕਟਰਸ ਬਾਹਰ ਹੁੰਦੇ ਨੇ ਅਤੇ ਫੰਕਸ਼ਨ ਜਿਹੜਾ ਪਰਫੋਰਮ ਹੋ ਰਿਹਾ ਉਹ ਸਿਸਟਮ ਬਾਊਂਡਰੀ ਦੇ ਅੰਦਰ ਹੋ ਰਿਹਾ। ਫਿਰ ਐਸੋਸੀਏਸ਼ਨ ਹੁੰਦੀ ਹੈ, ਜਨਰਲਾਈਜੇਸ਼ਨ ਹੈ, ਇਨਕਲੂਡ ਹੈ, ਐਕਸਟੈਂਡ ਹੈ, ਜਿਹੜੇ ਬਿਹੇਵੀਅਰਸ ਸ਼ੋ ਕਰ ਰਿਹਾ। ਦੈਨ ਇਜ਼ ਦਾ ਸੀਕੁਐਂਸ, ਜਿਹਨੇ ਕਿ ਕੋਈ ਸੀਕੁਐਂਸ ਦੇ ਨਾਲ ਡੀਲ ਕਰਨਾ ਵਾ, ਅਤੇ ਐਕਟੀਵਿਟੀ ਕੀ ਫਲੋ ਆਫ ਕੰਟਰੋਲ ਇਨ ਦ ਸਿਸਟਮ, ਕੀ ਕੰਟਰੋਲ ਕੀ ਹੈ, ਫਲੋ ਕੀ ਹੈਗਾ ਸਿਸਟਮ ਦੇ ਵਿੱਚ। ਨੈਕਸਟ ਇਜ਼ ਆਬਜੈਕਟ ਓਰੀਐਂਟਡ ਰਿਲੇਸ਼ਨਸ਼ਿਪ। ਇਹਦੇ ਵਿੱਚ ਕੀ 2 ਪਾਰਟਸ ਆਉਂਦੇ ਨੇ, ਜਨਰਲਾਈਜੇਸ਼ਨ ਐਂਡ ਐਸੋਸੀਏਸ਼ਨ। ਜਨਰਲਾਈਜੇਸ਼ਨ ਇੱਕ ਹੁੰਦਾ ਇੱਕ ਪੈਰੈਂਟ ਚਾਈਲਡ ਰਿਲੇਸ਼ਨ, ਅਤੇ ਐਸੋਸੀਏਸ਼ਨ ਹੈ ਕਿ ਸਟੂਡੈਂਟ ਨੇ ਇਨਰੋਲ ਕੀਤਾ ਕਿਸੇ ਕੋਰਸ ਦੇ ਵਿੱਚ। ਐਸੋਸੀਏਸ਼ਨ ਫਰਦਰ 2 ਪਾਰਟਸ ਵਿੱਚ ਹੁੰਦੀ, ਐਗਰੀਗੇਸ਼ਨ ਐਂਡ ਕੰਪੋਜੀਸ਼ਨ। ਨੈਕਸਟ ਇਜ਼ the UI, that is the user interface design. Used to build interfaces focus on looks or style. ਮਤਲਬ ਇੱਕ ਇੰਟਰਫੇਸ ਬਣਾਉਣਾ ਵਾ ਜਿਹੜਾ ਕਿ ਲੁੱਕਸ ਜਾਂ ਸਟਾਈਲ ਦੇ ਉੱਤੇ ਮੇਨ ਫੋਕਸ ਕਰਦਾ ਹੈ। ਕੀ ਆਏਗਾ ਕਿ ਐਨਾਲਿਸਿਸ ਐਂਡ ਅੰਡਰਸਟੈਂਡ ਯੂਜ਼ਰ ਐਕਟੀਵਿਟੀ। ਪਹਿਲੇ ਆਪਾਂ ਯੂਜ਼ਰ ਦੀ ਐਕਟੀਵਿਟੀ ਜਿਹੜੀ ਉਹਨੂੰ ਸਮਝਣਾ ਵਾ, ਫਿਰ ਅਸੀਂ ਪੇਪਰ ਬੇਸਡ ਡਿਜ਼ਾਈਨ ਬਣਾਉਣਾ, ਇੱਕ ਪ੍ਰੋਟੋਟਾਈਪ ਬਣਾਉਣਾ ਵਾ, ਫਿਰ ਡਿਜ਼ਾਈਨ ਪ੍ਰੋਟੋਟਾਈਪ ਬਣਾਵਾਂਗੇ, ਇਵੈਲੂਏਟ ਕਰਾਂਗੇ ਡਿਜ਼ਾਈਨਿੰਗ ਨੂੰ, ਫਿਰ ਅਸੀਂ ਡਾਇਨਾਮਿਕ ਡਿਜ਼ਾਈਨ ਬਣਾਵਾਂਗੇ, ਉਹਨੂੰ ਇਵੈਲੂਏਟ ਕਰਾਂਗੇ, ਫਿਰ ਐਗਜ਼ੀਕਿਊਟ ਕਰਾਂਗੇ ਪ੍ਰੋਟੋਟਾਈਪ ਨੂੰ, ਅਤੇ ਫਿਰ ਇੰਪਲੀਮੈਂਟ ਕਰਾਂਗੇ ਫਾਈਨਲ। ਪ੍ਰਿੰਸੀਪਲਸ ਕੀ ਹੈ, ਯੂਜ਼ਰ ਫੈਮਿਲਿਆਰਿਟੀ, ਕੰਸਿਸਟੈਂਸੀ, ਮਿਨੀਮਲ ਸਰਪ੍ਰਾਈਜ਼, ਰਿਕਵਰੇਬਿਲਿਟੀ, ਯੂਜ਼ਰ ਗਾਈਡੈਂਸ ਐਂਡ ਯੂਜ਼ਰ ਡਾਇਵਰਸਿਟੀ। ਇੰਟਰੈਕਸ਼ਨ ਸਟਾਈल्स की है, डायरेक्ट मैनिपुलेशन, मेन्यू सिस्टम, फॉर्म बेस्ड इंटरफेस, कमांड लैंग्वेज एंड नेचुरल लैंग्वेज इंटरफेस। नेक्स्ट इज द डिज़ाइन। डिज़ाइन की है, ड्राइव अ सॉल्यूशन विच स्टेट्स विच सैटिस्फाई सॉफ्टवेयर रिक्वायरमेंट, मतलब कि इन्हें सॉफ्टवेयर रिक्वायरमेंट्स को सैटिस्फाई करना है। 4 स्टेजेस आनी है, प्रॉब्लम अंडरस्टैंडिंग, आइडेंटिफाई 1 और मोर सॉल्यूशन, डिस्क्राइब सॉल्यूशन एब्स्ट्रैक्शन एंड रिपीट प्रोसेसेस फॉर ईच आइडेंटिफाई एब्स्ट्रैक्ट। डिज़ाइन दे फेजिस केड़े, रिक्वायरमेंट की स्पैसीफिकेशन करनी है सब तो पहले, दैन आर्कीटैक्चरल डिज़ाइन, सिस्टम आर्कीटैक्चर, एब्स्ट्रैक्ट स्पैसीफिकेशन, सॉफ्टवेयर स्पैसीफिकेशन, इंटरफेस डिज़ाइन, इंटरफेस स्पैसीफिकेशन, कंपोनेंट डिज़ाइन, कंपोनेंट स्पैसीफिकेशन, डेटा स्ट्रक्चर डिज़ाइन, डेटा स्ट्रक्चर स्पैसीफिकेशन, एल्गोरिदम डिज़ाइन एंड एल्गोरिदम स्पैसीफिकेशन। सब तो पहले डिज़ाइनिंग करांगे, फिर असीं उन्हां दी स्पैसीफिकेशन करांगे। दैन इज दी मॉड्यूलैरिटी। मॉड्यूलैरिटी की हुंदा कि डीकंपोज करना एक प्रोग्राम नूं स्मॉलर प्रोग्राम्स दे विच विद स्टैंडर्डाइज इंटरफेसिस नाल। इहदे विच 2 टॉपिक्स आंदे हैं, कोहेजन एंड कपलिंग। हाई कोहेजन एंड लो कपलिंग ए गुड हुंदे ने फॉर दी मॉड्यूलैरिटी प्रोसेस। कोहेजन दे विच क्या रिप्रेजेंट करदा है रिलेशनशिप नूं विद इन दी मॉड्यूल, बट कपलिंग रिप्रेजेंट करदा रिलेशनशिप नूं बिटवीन मॉड्यूल्स। इंक्रीजिंग कोहेजन इज गुड फॉर द सॉफ्टवेयर एंड इंक्रीजिंग कपलिंग इज अवॉइडेड फॉर द सॉफ्टवेयर। डिज़ाइन मैथड्स आते हैं, पहले आता है मॉड्यूलर डीकंपोजेबिलिटी, मतलब कि डीकंपोज किया जाता है प्रोग्राम नूं या प्रॉब्लम नूं सब प्रॉब्लम्स दे विच। दैन कंपोजेबिलिटी, कंबाइन किया जाता है टू प्रोड्यूस न्यू सिस्टम, फिर अंडरस्टैंड किया जाता है। डेवलपमेंट होती है मॉड्यूल्स की, कंटिन्यूटी स्मॉल चेंजिस किए जाते हैं, एंड प्रोटेक्शन की रन टाइम पर इफेक्ट की होंगे, कॉम्पलैक्सिटी वगैरह के सिस्टम आ जाता है। दैन इज द कपलिंग, अ स्ट्रेंथ ऑफ इंटरकनैक्शन बिटवीन सिस्टम कंपोनेंट्स, डिग्री ऑफ डिपेंडेंस अमंग कंपोनेंट, दैट इज नोन एज कपलिंग। कपलिंग ये है कि 2 चीज़ों आपां या 2 सिस्टम्स दे विच की है इंटरकनैक्शन किन्ना, उन्हां दी स्ट्रेंथ किन्नी है।
नो डिपेंडेंसी आती है, या फिर लूजली कपल्ड होंगे ने, या फिर हाईली कपल्ड होंगे। रेंज ऑफ कपलिंग पहला हैगा कंटेंट, जिहदी कि हाई कपलिंग होंदी है, दैट हाई होंदी है कंटेंट कप कॉमन एक्सटर्नल एंड कंट्रोल दी। फिर लूज आ जाएगी स्टैंप डेटा दी, फिर लो वाला आ जाएगा अनकपल्ड। कंटेंट की है कि मॉड्यूल यूजर ऑल्टर डेटा इन दी अनदर, मतलब कि मॉड्यूल ने करना यूजर करना या फिर ऑल्टर करना वे डेटा नू। कॉमन ने की करना वे वाया ग्लोबल डेटा उन्हें मॉड्यूल देखना, एक्सटर्नल ने उन्हें एक्सटर्नल इन्वायरमेंट ते डाई करना है, कंट्रोल ने उन्हें कंट्रोल फ्लैग दी कम्युनिकेशन होएगी। स्टैम्प दे विच कम्युनिकेशन होंदी है वाया डेटा स्ट्रक्चर पास एज अ पैरामीटर, डेटा दे विच कम्युनिकेशन वाया पैरामीटर पासिंग एंड अनकपल्ड विच इंडिपेंडेंट मॉड्यूल होंदा है। नैक्सट इज दी कोहेजन, दैट इज दी कि कंपोनेंट किदा फिट करदे आ टुगेदर, इकट्ठे किवें आंदे ने। हाई कपलिंग होंदी है फंक्शनल सीक्वेंशियल एंड कम्युनिकेशनल दे विच, दैन लो आंदी है टैंपरल लॉजिकल एंड कोइंसिडेंटल दे विच। फंक्शनल दे विच कि हर एक पार्ट ने जिहड़ा सिंगल सिंगल फंक्शन एग्जीक्यूट करना है, जिसदा कि तुसीं डायग्राम देख रहे हो थल्ले, फंक्शन ए बी सी डी ई ये सारे के वक्रे वक्रे एग्जीक्यूट कर रहे हैं। दैन इज सिक्वेंशियल कि एक दी आउटपुट दूसरे वास्ते भी होएगी, दूसरे दी इनपुट होएगी। फंक्शन ए सिक्वेंशियल दी डायग्राम है जिवें कि है फंक्शन ए तो फंक्शन बी जा रहा है, फंक्शन बी टू फंक्शन सी जा रहा है, ठीक है। दैन इज दी कम्युनिकेशन कि मीडियम है कि कहदा ऑपरेट करते हैं सेम इनपुट ते। कम्युनिकेशन लेके सेम इनपुट ते ऑपरेट करना है, जिवें कि इनपुट सेम आएगी ए फंक्शन ਲਈ ਵੀ, बी फंक्शन ਲਈ ਵੀ एंड सी फंक्शन ਲਈ भी। दैन इज दी टैंपरल एक्टिवेटेड एट सेम टाइम के उत्ते जिहड़ा एक्टिवेट होएगा, टाइम आएगा टाइम T0 प्लस एक्स T0 प्लस 2x। दैन इज दी लॉजिकल कि सिमिलर फंक्शंस परफॉर्म होने ने, उन्होंने इकट्ठे करांगे फंक्शन ए डैश फंक्शन ए डबल डैश। दैन इज दी कोइंसिडेंटल की पार्ट्स जिहड़े ने वो वक्रे वक्रे बंडल्ड किए जाएंगे। टॉपिक इज रिव्यूज़। मीटिंग कंडक्टेड बाय टेक्निकल पीपल फॉर टेक्निकल पीपल, मतलब टेक्निकल पीपल ही मीटिंग कंडक्ट करते हैं, टेक्निकल पीपल वास्ते ही मीटिंग की जाती है। कोड रिव्यूज़ के अंदर एरर्स से कोई डिफेक्ट्स वगैरह आ जाते हैं, ये FTR टॉपिक आना, दैट इज़ दी फॉर्मल टेक्निकल रिव्यू। ये ऑबजैक्टिव्स की है कि जे कोई एरर्स वगैरह है ने तो पहले ही उन्होंने दसने चाहिए कस्टमर को प्रोडक्ट देने तो पहले। वेरीफाई करना कि रिक्वायरमेंट्स अकॉर्डिंग बने है कि नहीं, कस्टमर दी नीड्स को फुलफिल करता पाया कि नहीं, ठीक है। उस बाद इंश्योर करना है कि सॉफ्टवेयर जो रिप्रेजेंट होया हुआ प्री डिफाइंड स्टैंडर्ड्स के अकॉर्डिंग यूनीफॉर्म मैनर जी डेवलपमेंट हुई है, मैनेजेबल है कि नहीं। FTR ਦੇ ਵਿੱਚ ਕੀ ਹੈ 3 फीचर्स आते हैं, 3 ਜਿਹੜੇ ਨੇ मोस्ट इंपॉर्टेंट पॉइंट्स आते हैं, दैट इज़ द रिव्यू मीटिंग कि ਜਿਹਦੇ ਵਿੱਚ ਕੀ ਹੈ कि 3 to 5 पीपल होंगे, 2 या 3 घंटे की जी प्रॉपर मीटिंग होनी चाहिए है, ठीक है। उस तो बाद आंदा कीप रिकॉर्ड्स कि जेडे भी एरर्स वगैरह तुसीं फाइंड आउट किए हैं या तुहानूं गलतियां नज़र आईयां फिर तुसीं प्रॉपरली जिहड़ा एक रिकॉर्ड बना लो, एक डायरी दे उत्ते लिख लो। एंड दैन इज़ द रिव्यू गाइडलाइनस कि जेहड़े कि गाइडलाइनस बना लो, एक रूल्स नूं फिक्स कर दो कि वही गाइडलाइनस जिहड़ियां फॉलो कीतियां जाणगियां ਜਦੋਂ भी आप कोई भी जिहड़ा नवां प्रोजेक्ट बनावांगे। दैन इज़ दी कोडिंग स्टैंडर्ड्स की गाइडलाइंस फॉर कोड स्टाइल एंड डॉक्यूमेंटेशन की जो आप कोडिंग का टाइम आ गया कि हुण असीं कोडिंग करनी है तो वो कि गाइडलाइंस फॉलो करनी है, कि रूल्स फॉलो करने, कि स्टैप्स फॉलो करने, वो चीज़ आ जाएगी। बेनिफिट्स दे विच की है रीडेबिलिटी इंप्रूव करनी है, ईजियर करना कोड मेंटेनेंस टू इनहांस कोड क्वालिटी एंड रिलायबिलिटी, रिड्यूस डिबगिंग एंड एरर फिक्सिंग टाइम। कोडिंग स्टैंडर्ड्स दे विच आपां की चीज़ां देखनियां, वेरीएबल का नेम, उहदा फंक्शनस कि कैमल केस, स्नेक केस, पास्कल केस दे विच है कि नहीं, लॉन्ग लाइन नूं अवॉइड करना है, मतलब प्रॉपरली जिहड़ी मेन चीज़ां आंदियां वे कि इंडेंटेशन प्रॉपर होनी चाहिए, कॉन्फ्लिक्ट्स नहीं होने चाहिए, कोई एरर नहीं होना चाहिए, ईजिली जो है रिकम्पाइल हो जाए, अपडेशन हो जाए, मेंटेनेंस हो जाए, प्रॉपर कॉमेंट्स लगाने चाहिए ताकि वो रीडेबल हो, अंडरस्टैंडेबल हो, एक्सैप्शनस में प्रॉपरली हैंडल करो, ये चीज़ां जिहड़ियां कोडिंग स्टैंडर्ड्स दे विच इंपॉर्टेंट है। CO3 ਦੇ ਵਿੱਚ ਹੈਗਾ दैट इज़ द सॉफ्टवेयर प्रोजेक्ट मैनेजमेंट आएगा, प्लानिंग टेक्निक्स आएंगी, उन्होंने एस्टिमेशन एंड पर्ट एंड गैंट चार्ट आंदा है। प्रोजेक्ट की है कि ग्रुप ऑफ टास्क कि असीं जिहड़ा वा कि प्रॉपरली टास्क बनाना वा, एक कंप्लीट प्रोजेक्ट बनाना वा तो उहदा जिहड़ा वा एक रिजल्ट आना चाहिए वा जिहड़ा कि क्लीयर होवे, क्लीयर आउटपुट आनी चाहिए, सेट ऑफ इनपुट एंड आउटपुट। दैन इज़ दी SPM दैट इज़ द सॉफ्टवेयर प्रोजेक्ट मैनेजमेंट, आर्ट एंड डिसिप्लिन ऑफ प्लानिंग एंड सुपरवाइजिंग सॉफ्टवेयर प्रोजेक्ट्स। एक आर्ट है, एक डिसिप्लिन है प्रॉपरली प्लान करन दा, उन्हें सुपरवाइज करन दा प्रोजेक्ट्स नूं, फिर उन्हें प्रॉपरली जिहड़ा वा मैनेज करना वा, एलोकेट करना, टाइम देखना, उन्हें फुलफिल करना रिक्वायरमेंट्स अकॉर्डिंगली, ये सारी चीज़ां आएंगियां। प्री रिक्वेसाइट्स की ने कि टाइम देखना है, कोस्ट एंड क्वालिटी देखनी है कि टाइम के अकॉर्डिंगली होना चाहिए वा, बजट दे विच होना चाहिए वा, तो क्वालिटी जिहड़ी वधिया होनी चाहिए। दैन इज़ दी प्रोजेक्ट मैनेजर की जिन्हें कि जी ओवरऑल रिस्पॉन्सिबिलिटी होनी है, जिन्हें कि सारी प्लानिंग देखनी है, डिजाइनिंग एग्जीक्यूशन देखनी है, मॉनिटर करना है, कंट्रोल करना है, सारी चीज़ां दैट इज़ दी मोस्ट इंपॉर्टेंट रोल जो है प्रोजेक्ट मैनेजर प्ले करता है।
ਰਿਸਪੋਂਸਿਬਿਲਿਟੀ ਕੀ ਹੈ, ਪ੍ਰੋਜੈਕਟ ਪ੍ਰਪੋਜ਼ਲ ਰਾਈਟਿੰਗ, ਪਹਿਲੇ ਅਸੀਂ ਜਿਹੜਾ ਵਾ ਸਾਰਾ ਕੁਝ ਲਿਖਣਾ ਹੈ। ਫਿਰ ਕੋਸਟ ਐਸਟੀਮੇਸ਼ਨ, ਸਕੈਡਿਊਲਿੰਗ, ਪ੍ਰੋਜੈਕਟ ਸਟਾਫਿੰਗ, ਮੋਨੀਟਰਿੰਗ, ਰਿਸਕ ਮੈਨੇਜਮੈਂਟ, ਮੈਨੇਜरेबल ਰਿਪੋर्ट एंड ਪ੍ਰੈਜੈਂਟੇਸ਼ਨ। मतलब कि रिस्पॉन्सिबिलिटी की पहले से जो प्रॉपर राइट डाउन करने वाली कोस्ट वेखनी है, स्कैड्यूल जो है वो बनाना है, पीपल स्टाफ वगैरह जो वो देखना वे, पीपल जो उन्होंने हायर करना, मॉनीटर करना, रिस्क मैनेजमेंट देखना कि कोई रिस्क वगैरह तो नहीं हैगा। फिर आप प्रोजेक्ट रिपोर्ट बनानी है तो एक प्रेजेंटेशन बनानी है। सॉफ्टवेयर कोस्ट एस्टीमेशन के की साइज, एफर्ट, द प्रोजेक्ट ड्यूरेशन, 3 चीज़ें हैं जो कि मोस्ट इंपॉर्टेंट है, मतलब कि अफेक्ट करती हैं। साइज एस्टिमेशन ਦੇ ਵਿੱਚ क्या है, एफर्ट आने, कोस्ट है, स्टाफिंग है, ड्यूरेशन है, स्कैड्यूलिंग है। दैन दी सॉफ्टवेयर साइज मैट्रिक्स ਇਹਦੇ ਵਿੱਚ ਕਹਿੰਦਾ LOC ਆਉਂਦਾ ਵਾ, दैट इज़ द लाइन ऑफ कोड। फंक्शनल पॉइंट मैट्रिक्स आਉਂਦਾ ਵਾ FPM, ਜਿਹਨੇ कि ओवरकम करना वा शॉर्टकमिंग्स ਨੂੰ LOC ਦੀਆਂ। इनपुट आउटपुट देखनी है, इंक्वायरी देखनी है, फाइल्स इंटरफेसिस देखने हैं। नैक्सट इज़ दी कोकोमो मॉडल। 3 पार्ट्स होंगे ने, बेसिक, इंटरमीडिएट एंड कंप्लीट दे। कोकोमो की होंदा वा, दैट इज़ दी कंस्ट्रक्टिव कोस्ट मॉडल है, ठीक है। 3 पार्ट्स डिवाइड किया, ऑर्गेनाइज्ड, सैमी डिटैच एंड एम्बेडिड। ਇਹ 2 मार्क ਦੇ ਵਿੱਚ ਇੱਕ न्यूमेरिकल ਜਿਹੜਾ ਇਹਨਾਂ ਦਾ ਆਉਂਦਾ ਹੈ। ऑर्गेनिक ਜਿਹੜਾ ਵਾ स्मॉल ग्रुप्स ਲਈ ਹੁੰਦਾ ਵਾ, सैमी डिटैच ਜਿਹੜਾ मिक्सचर हैगा वा एक्सपीरियंस इनएक्सपीरियंस स्टाफ, एंड एम्बेडिड है दैट इज़ स्ट्रांगली कपल टू ਕੰਪਲੈਕਸ ਹਾਰਡਵੇਅਰ। ਇਹ ਜਿਹੜੇ ਮੇਨ ਪੁਆਇੰਟਸ ਨੇ ਜਿਹਦੇ ਥਰੂ ਆਪਾਂ ਕੀ ਸਾਨੂੰ ਹਿੰਟ ਮਿਲ ਜਾਂਦਾ ਕਿ ਆਪਾਂ ऑर्गेनिक देखना है, सैमी डिटैच देखना है या फिर एम्बेडिड देखना है। एफर्ट एंड टाइम डेवलपमेंट ਦੀ 2 ਮੇਨ ਚੀਜ਼ਾਂ ਆਉਂਦੀਆਂ ਵਾ। एफर्ट ਦੇ ਵਿੱਚ ਕਹਿੰਦਾ A1 के LOC A पावर A2 एंड टाइम डेवलपमेंट ਦੇ ਵਿੱਚ B1 एफर्ट पावर B2। ऑर्गेनाइज, सैमी डिटैच एंड एम्बेडिड ਦੇ ਵਿੱਚ पहले एफर्ट्स देखेंगे। एफर्ट्स का फार्मूला की है, दैट इज़ 2.4 के LOC 1.05 PM। PM दैट इज़ पर्सन मंथ, ਇਹਦੇ की ऐसे यूनिट्स है। ऑर्गेनिक, सैमी डिटैच, एम्बेडिड ਦੇ की आते हैं 2.4, 3.0, 3.6। A1 की वैल्यू A2, A3 की वैल्यू आ जाएगी, ठीक है। एंड KLOC जी कि सानू गिवन होएगी, सानू जी मोस्टली LOC गिवन होंगे, सानू उन्होंने 1000 के कन्वर्ट करना होंगे, या फिर सानू 1000 के गिवन होएगा, आपको LOC च देखना है। स्टेटमेंट के अकॉर्डिंगली, क्वेश्चन के अकॉर्डिंगली जो वैल्यूज़ में ध्यान च रखना। दैन पावर च वैल्यू आती है 1.05, 1.12 एंड 1.20। हम जैसे टाइम डेवलपमेंट देखिए तो B1 की वैल्यू जी 2.5 वो तीनों लिए जी फिक्सड है, बट जो एफर्ट्स ने वो डिक्रीज़ कर रहे हैं 0.38, 0.35, 0.32। एंड टाइम डेवलपमेंट दे जो ऐसे यूनिट्स है, दैट इज़ दी मंथ। ग्राफ गिवन है सानू एफर्ट्स का, दैट इज़ दी एम्बेडिड सब तो ऊपर, फिर सैमी डिटैच एंड दैन इज़ ऑर्गेनिक। साइज अकॉर्डिंगली इस तरीके उन्होंने एफर्ट्स जो इनक्रीज़ कर दिया। एक न्यूमेरिकल गिवन है ऑर्गेनिक का देखना है, तो ऑर्गेनिक के एफर्ट की सीगा 2.4, 32,000 LOC गिवन है, तो के LOC कितना हो जाएगा, दैट इज़ 32 पावर 1.05 सॉल्व करेंगे। एंड टाइम डेवलपमेंट के 2.5 जो एफर्ट असी कढ़िया इंटू 0.38 पावर के जी चीज़ आएगी, ठीक है। नैक्सट इज़ दी प्रोजेक्ट स्कैड्यूलिंग प्रोसेस। कि प्रोसेस की है, पहले एक्टिवाइज एक्टिविटी, सेकेंड इज़ आइडेंटिफाई पॉसिबल डिपेंडेंसी, थर्ड एस्टिमेट रिसोर्सेज, फोर्थ इज़ असाइन पीपल टू कंडक्ट एक्टिविटी, एंड फिफ्थ इज़ क्रिएट एक्टिविटी नेटवर्क एंड बार चार्ट्स। प्रिंसिपल्स की है, कंपार्टमेंटलाइजेशन, इंटरडिपेंडेंसी, टाइम एलोकेशन, एफर्ट वैलिडेशन, रिस्पॉन्सिबिलिटी एंड डिफाइंड आउटकम। टेक्निक्स की है, उस तो बाद क्रिटिकल पाथ मैथड है, तो पर्ट चार्ट है, दैट इज़ दी प्रोग्राम एवोल्यूशन एंड रिव्यू टेक्निक। पर्ट चार्ट के जो 3 टाइप्स आती हैं, ऑप्टिमिस्टिक, पैसिमिस्टिक एंड मोस्ट लाइकली टाइम। ऑप्टिमिस्टिक में असी O दे नाल, पैसिमिस्टिक में P दे नाल एंड मोस्ट लाइकली टाइम में असी M दे नाल डिनोट करते हैं। पर्ट का फार्मूला की है O + 4M + P/6। एंड थर्ड वन इज़ द गैंट चार्ट। दीज आर द 3 टेक्निक्स ऑफ द स्कैड्यूलिंग प्रोसेस। वन न्यूमेरिकल इज़ देयर, दैट इज़ दी आप जिहदे च सिलेक्ट टाइम देखना है, एस्टिमेशन टाइम देखना है, ड्यूरेशन देखनी है, फर्स्ट प्रोसेस, अर्लीस्ट स्टार्ट, लास्ट ड्यूरेशन, लास्ट स्टार्ट, लास्ट फिनिश, अर्लीस्ट फिनिश, ये चीज़ें देखनी है। फॉरवर्ड भी जाना है, बैकवर्ड भी जाना है। वन न्यूमेरिकल इज़ देयर जिहदे सानू कि टास्क गिवन है A to B, टास्क गिवन है, प्रेडिसेसर्स गिवन है, ड्यूरेशन गिवन है, ठीक है। एक प्रेसिडेंस डायग्राम बनेगी, सब तो पहले कि असी A तो B जा रहे हैं, तो A तो C है, फिर B अगे D को जा रहा है, C E दे कोल जा रहा है, फिर F दे कोल D भी आ रहा है, तो E भी आ रहा है, ठीक है। उस बाद आप देखना कि अर्लीस्ट स्टार्ट, D ड्यूरेशन, EF अर्लीस्ट फिनिश, LS लेट स्टार्ट, लेट फिनिश एंड सिलेक्ट टाइम। ये चीज़ें से देखनी है। अर्लीस्ट फिनिश द फार्मूला, दैट इज़ दी अर्लीस्ट स्टार्ट माइनस ड्यूरेशन, लेट स्टार्ट द फार्मूला, लेट फिनिश माइनस ड्यूरेशन, एंड सिलेक्ट टाइम द फार्मूला, सिलेक्ट टाइम इक्वल्स टू लेट फिनिश माइनस अर्लीस्ट फिनिश। आप पहले फॉरवर्ड जावांगे जिहदे आप अर्लीस्ट स्टार्ट, अर्लीस्ट फिनिश, ड्यूरेशन देखना है, फिर असीं बैकवर्ड प्रोसैस करांगे जिहदे आप सिलेक्ट टाइम, लेट फिनिश तो लेट स्टार्ट देखना है।
ਮੇਰੀ ਡਾਇਗਰਾਮ 'ਚੋਂ ਸ਼ਾਇਦ ਤੁਹਾਨੂੰ ਸਮਝ ਨਹੀਂ ਆਏਗਾ, ਬਟ ਮੈਂ ਤੁਹਾਨੂੰ ਉਹਦਾ ਨੋਰਮਲੀ ਸਮਝਾ ਦਿੰਦੀ ਹਾਂ। ਸਭ ਤੋਂ ਪਹਿਲੇ ਆਪਾਂ ਕੀ ਫਾਰਵਰਡ ਵੱਲ ਜਾਣਾ ਹੈ, ਅਤੇ ਆਪਾਂ ਅਰਲੀਐਸਟ ਸਟਾਰਟ, ਡਿਊਰੇਸ਼ਨ ਅਤੇ ਅਰਲੀਐਸਟ ਫਿਨਿਸ਼ ਦੇਖਣਾ। ਅਰਲੀਐਸਟ ਸਟਾਰਟ ਸਾਡੇ ਕੋਲ ਹੋਏਗਾ 0। ਇਹ ਪ੍ਰੋਸੈਸ ਹੈ, ਉਹਦਾ ਕੋਈ ਪ੍ਰੀਡੀਸੈਸਰ ਨਹੀਂ ਹੈ, 0 ਆ ਗਿਆ। ਉਹਦੀ ਡਿਊਰੇਸ਼ਨ ਕਿੰਨੀ ਹੈ 5, ਸੋ ਆਪਾਂ ਇਹਦੇ ਵਿੱਚ ਕੀ ਹੈ 5 ਲਿਖਿਆ, ਠੀਕ ਹੈ। ਉਸ ਤੋਂ ਬਾਅਦ ਏ ਜਿਹੜਾ ਵਾ ਬੀ ਦੇ ਕੋਲ ਵੀ ਜਾ ਰਿਹਾ, ਅਤੇ ਏ ਜਿਹੜਾ ਵਾ ਉਹ ਸੀ ਦੇ ਕੋਲ ਵੀ ਜਾ ਰਿਹਾ। ਹੁਣ ਇਹੀ ਵਾਲਾ ਜਿਹੜਾ ਅਰਲੀਐਸਟ ਫਿਨਿਸ਼ ਆ ਉਹ ਬੀ ਅਤੇ ਸੀ ਦਾ ਅਰਲੀਐਸਟ ਸਟਾਰਟ ਹੋਏਗਾ। ਹੁਣ ਬੀ ਦਾ ਡਿਊਰੇਸ਼ਨ ਕਿੰਨੀ ਹੈ 4, ਠੀਕ ਹੈ। 5 + 4 9 ਹੋ ਜਾਏਗਾ, ਅਤੇ ਇਹਦੀ ਡਿਊਰੇਸ਼ਨ ਕਿੰਨੀ ਹੈ 5, ਅਤੇ ਇਹਦੇ ਵਿੱਚ ਮਤਲਬ ਕਿ ਇਹਦੇ ਵਿੱਚ 9 ਅਤੇ ਇਹਦੇ ਵਿੱਚ ਜਿਹੜਾ ਵਾ 10 ਸਾਡਾ ਅਰਲੀਐਸਟ ਫਿਨਿਸ਼ ਹੋ ਜਾਏਗਾ, ਠੀਕ ਹੈ। ਇਹਦੇ ਵਿੱਚ 9 ਅਤੇ ਇਹਦੇ ਵਿੱਚ ਜਿਹੜਾ ਵਾ 10 ਹੋ ਗਿਆ। ਹੁਣ ਇਹਨੇ ਇਹਦੇ ਕੋਲ ਜਾਣਾ ਵਾ, ਮਤਲਬ ਬੀ ਡੀ ਕੋਲ ਜਾ ਰਿਹਾ ਵਾ ਅਤੇ ਸੀ ਈ ਦੇ ਕੋਲ ਜਾ ਰਿਹਾ। ਇਹਦਾ 9 ਜਾਏਗਾ, ਇਹਦਾ 10 ਜਾਏਗਾ। ਹੁਣ ਆਪਾਂ ਉੱਪਰ ਟਾਈਮ ਦੇਖਾਂਗੇ ਕਿ ਇਹਦੇ ਕੋਲ 6 ਹੈਗਾ ਵਾ, ਅਤੇ ਇਹਦੇ ਵਿੱਚ ਇਹਨੇ 9 + 6 ਕਰਨਾ ਸੀ, ਅਤੇ ਇਹਦੇ ਵਿੱਚ ਕਿੰਨਾ ਹੈਗਾ 10 ਹੈਗਾ ਵਾ, ਅਤੇ ਇਹਦੇ ਵਿੱਚ ਇਹਨੇ 3 + 10 ਕਰਨਾ। ਸੋ ਇਹਦਾ 15 ਆ ਜਾਏਗਾ, ਐਂਡ ਇਹਦਾ ਕਿੰਨਾ ਆ ਜਾਏਗਾ ਠੀਕ ਹੈ। ਉਸ ਤੋਂ ਬਾਅਦ ਡੀ ਅਤੇ ਈ ਦੋਨੋਂ ਐਫ ਦੇ ਕੋਲ ਜਾ ਰਹੇ ਨੇ। ਇਹਦਾ 15 ਐਂਡ 13 ਵਿੱਚੋਂ ਹਾਈਐਸਟ ਵਾਲਾ ਅਸੀਂ ਦੇਖਣਾ ਹੈ ਅਰਲੀਐਸਟ ਫਿਨਿਸ਼। 15 ਹੈ, 15 ਜਾਏਗਾ। 15 ਹੁਣ ਇਹਦੇ ਵਿੱਚ ਕਿੰਨਾ ਹੈਗਾ 4 ਹੈ, ਸੋ ਆਪਾਂ 15 + 4 ਕਰਾਂਗੇ, ਕਿੰਨਾ ਆ ਜਾਏਗਾ 19। ਸੋ ਅਰਲੀਐਸਟ ਫਿਨਿਸ਼ ਜਿਹੜਾ ਵਾ ਸਾਡਾ 19 ਹੈ। ਦੈਟ ਇਜ਼ ਦੀ ਫਾਰਵਰਡ। ਹੁਣ ਅਸੀਂ ਬੈਕ ਜਾਣਾ, ਬੈਕ ਸ਼ੁਰੂ ਕਰਨਾ ਤਾਂ ਆਪਾਂ ਐਫ ਤੋਂ ਸਟਾਰਟ ਕਰਾਂਗੇ, ਠੀਕ ਹੈ। ਇਹੀ ਵਾਲਾ 19 ਇੱਧਰ ਆ ਜਾਏਗਾ। ਹੁਣ ਆਪਾਂ 19 'ਚ ਮਾਈਨਸ ਕਿਹਨੂੰ ਕਰ ਰਹੇ ਹਾਂ, ਪਹਿਲੇ ਆਪਾਂ ਲੇਟ ਫਿਨਿਸ਼ 'ਚੋਂ ਆਪਾਂ ਅਰਲੀਐਸਟ ਫਿਨਿਸ਼ ਮਾਈਨਸ ਕਰਾਂਗੇ, ਸਾਡਾ ਵਿਚਕਾਰ ਵਾਲਾ ਆ ਜਾਏਗਾ, ਦੈਟ ਇਜ਼ ਦੀ ਸਲੈਕ ਟਾਈਮ ਆ ਜਾਏਗਾ। ਫਿਰ ਆਪਾਂ ਲੇਟ ਫਿਨਿਸ਼ 'ਚੋਂ ਡਿਊਰੇਸ਼ਨ ਮਾਈਨਸ ਕਰਨੀ ਹੈ, ਅਤੇ ਸਾਡੇ ਕੋਲ ਜਿਹੜਾ ਵਾ ਲੇਟ ਸਟਾਰਟ ਆ ਜਾਏਗਾ, ਠੀਕ ਹੈ। ਇਸ ਤਰੀਕੇ ਨਾਲ ਹੁਣ ਇਹਦਾ ਹੀ 15 ਆਇਆ, 15 ਦੋਨਾਂ ਦੇ ਕੋਲ ਜਾਏਗਾ। ਇਹ 15 ਆ ਗਿਆ, 15 ਆਏਗਾ। ਹੁਣ ਇਹਦਾ 9 ਆਇਆ ਅਤੇ ਇਹਦਾ 12 ਆਇਆ, ਇਹਦਾ 9 ਜਾਏਗਾ, ਇਹਦਾ 12 ਜਾਏਗਾ। ਇੱਦਾਂ ਹੀ ਇਹਨੂੰ ਮਾਈਨਸ ਕਰਾਂਗੇ, ਫਿਰ ਇਹਨੂੰ ਮਾਈਨਸ ਕਰਾਂਗੇ, ਇਹ ਵੈਲਿਊ ਆਏਗੀ। ਇਹ ਵਾਲੇ ਪ੍ਰੋਸੈਸ ਦੇ ਕੋਲ ਜਿਹੜਾ ਵਾ ਲੇਟ ਫਿਨਿਸ਼ ਨਹੀਂ ਆਏਗਾ, ਕਿਉਂਕਿ ਪਿੱਛੇ ਜਿਹੜਾ ਵਾ ਕੋਈ ਪ੍ਰੋਸੈਸ ਨਹੀਂ ਹੁੰਦਾ ਪਿਆ, ਅਤੇ ਜਿਹਦਾ ਸਲੈਕ ਟਾਈਮ ਸਭ ਤੋਂ ਘੱਟ ਹੋਏਗਾ ਅਸੀਂ ਲਿਖਾਂਗੇ ਕਿ ਉਹ ਵਾਲਾ ਪਾਥ ਅਸੀਂ ਫੋਲੋ ਕੀਤਾ। ਅਤੇ ਸਲੈਕ ਟਾਈਮ ਕਿਹਦਾ 0 ਹੈ, ਬੀ ਦਾ 0 ਹੈ, ਡੀ ਦਾ 0 ਐਂਡ ਈ ਦਾ ਐਫ ਦਾ 0 ਹੈ। ਸੋ ਸਾਡਾ ਪਾਥ ਕਿਹੜਾ ਫੋਲੋ ਹੋਏਗਾ, ਏ ਬੀ ਡੀ ਐਂਡ ਐਫ। ਦੈਟ ਇਜ਼ ਦੀ ਇਹ ਜਿਹੜਾ ਵਾ ਗੈਂਟ ਚਾਰਟ ਬਣੇਗਾ ਸਾਡਾ, ਕ੍ਰਿਟੀਕਲ ਪਾਥ ਆਏਗਾ ਏ ਬੀ ਡੀ ਐਂਡ ਐਫ। ਨੈਕਸਟ ਟੌਪਿਕ ਹੈ CO4। ਉਹਦੇ ਵਿੱਚ ਆਪਾਂ ਟੈਸਟਿੰਗ ਵਗੈਰਾ ਦੇਖਣੀ ਹੈ, ਸਾਰੀ ਵੈਰੀਫਿਕੇਸ਼ਨ ਵੈਲੀਡੇਸ਼ਨ ਦੇਖਣੀ ਹੈ। ਸਭ ਤੋਂ ਪਹਿਲੇ ਆਉਂਦਾ ਸੌਫਟਵੇਅਰ ਟੈਸਟਿੰਗ। ਟੈਸਟਿੰਗ ਕੀ ਹੈ ਕਿ ਆਪਾਂ ਟੈਸਟ ਕਰਨਾ, ਵੈਰੀਫਾਈ ਕਰਨਾ ਕਿਸੇ ਚੀਜ਼ ਨੂੰ, ਪ੍ਰੋਸੈਸ ਨੂੰ, ਵੈਲੀਡੇਸ਼ਨਸ ਕਰਨੀ, ਆਪਾਂ ਪ੍ਰੋਪਰ ਐਪਲੀਕੇਸ਼ਨ ਨੂੰ ਜਿਹੜਾ ਵਾ ਬਗ ਫਰੀ ਬਣਾਉਣਾ ਵਾ, ਪ੍ਰੋਪਰਲੀ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਵਾ, ਡਿਜ਼ਾਈਨਿੰਗ ਉਹਦੇ ਅਕੋਰਡਿੰਗ ਹੋਣੀ ਚਾਹੀਦੀ, ਕਸਟਮਰ ਦੇ ਅਕੋਰਡਿੰਗਲੀ ਰਿਕੁਆਇਰਮੈਂਟਸ, ਫੰਕਸ਼ਨਿੰਗ ਸਾਰਾ ਕੁਝ ਜਿਹੜਾ ਪ੍ਰੋਪਰਲੀ ਵਰਕਿੰਗ ਦੇ ਵਿੱਚ ਹੋਣਾ ਚਾਹੀਦਾ। 2 ਸਟੈਪਸ ਆਉਂਦੇ ਨੇ, ਵੈਰੀਫਿਕੇਸ਼ਨ ਐਂਡ ਵੈਲੀਡੇਸ਼ਨ। ਵੈਰੀਫਿਕੇਸ਼ਨ ਜਿਹੜੀ ਹੈ ਵਾਈਟ ਬਾਕਸ 'ਚ ਕੀਤੀ ਜਾਂਦੀ ਹੈ, ਅਤੇ ਵੈਲੀਡੇਸ਼ਨ ਜਿਹੜੀ ਹੈ ਬਲੈਕ ਬਾਕਸ 'ਚ ਕੀਤੀ ਜਾਂਦੀ ਹੈ। ਅਤੇ ਇਹ ਦੋ ਜਿਹੜੀਆਂ ਵਾ ਮੇਨ ਟੈਕਨੀਕਸ ਹੈਗੀਆਂ ਵਾ ਟੈਸਟਿੰਗ ਦੀਆਂ, ਵਾਈਟ ਬਾਕਸ ਐਂਡ ਬਲੈਕ ਬਾਕਸ। ਵੈਰੀਫਿਕੇਸ਼ਨ ਦੇ ਵਿੱਚ ਹੁੰਦਾ ਕਿ ਆਪਾਂ ਕੀ ਸਹੀ ਪ੍ਰੋਡਕਟ ਬਣਾਇਆ ਵਾ ਕਿ ਨਹੀਂ, ਅਤੇ ਵੈਲੀਡੇਸ਼ਨ ਦੇ ਵਿੱਚ ਹੁੰਦਾ ਕਿ ਸਹੀ ਪ੍ਰੋਡਕਟ ਬਣਿਆ ਹੈ ਕਿ ਨਹੀਂ। ਡਿਫਰੈਂਟ ਟਾਈਪਸ ਆਫ ਟੈਸਟਿੰਗ ਆਉਂਦੀ ਹੈ। ਸਭ ਤੋਂ ਪਹਿਲੇ ਆਉਂਦਾ ਮੈਨੂਅਲ ਟੈਸਟਿੰਗ, ਜਿਹਦੇ ਵਿੱਚ ਆਪਾਂ ਕੀ ਬਿਨਾਂ ਕਿਸੇ ਟੂਲ ਤੋਂ, ਬਿਨਾਂ ਕਿਸੇ ਸਕ੍ਰਿਪਟ ਤੋਂ ਜਿਹੜੀ ਟੈਸਟਿੰਗ ਕਰਨੀ ਹੈ। ਦੈਨ ਇਜ਼ ਦੀ ਆਟੋਮੇਸ਼ਨ ਟੈਸਟਿੰਗ, ਜਿਹਦੇ ਵਿੱਚ ਕਿ ਆਪਾਂ ਟੂਲਸ ਵਗੈਰਾ ਦੇਖਣੀ ਹੈ, ਸਕ੍ਰਿਪਟ ਵਗੈਰਾ ਪ੍ਰੋਪਰਲੀ ਲਿਖਣੀ ਹੈ। ਟੈਕਨੀਕਸ ਆਉਂਦੀਆਂ ਵਾ ਬਲੈਕ ਬਾਕਸ ਅਤੇ ਵਾਈਟ ਬਾਕਸ। ਬਲੈਕ ਬਾਕਸ ਦੇ ਵਿੱਚ ਕੀ ਹੁੰਦਾ ਕਿ ਸਾਡੇ ਕੋਲ ਜਿਹੜਾ ਇੱਕ ਬਾਕਸ ਗਿਵਨ ਹੈ, ਇਮੈਜਿਨ ਕਰੋ ਕਿ ਸਾਡੇ ਕੋਲ ਜਿਹੜਾ ਇੱਕ ਬਲੈਕ ਬਾਕਸ ਹੈ, ਅਤੇ ਆਪਾਂ ਬਾਹਰੋਂ ਦੀ ਕੁਛ ਪਾ ਰਹੇ ਹਾਂ, ਇਨਪੁਟ ਜਾ ਰਹੀ ਹੈ, ਅਤੇ ਸਾਨੂੰ ਸਿੱਧੀ ਆਊਟਪੁੱਟ 'ਚ ਹੋਏਗੀ ਬਲੈਕ ਬਾਕਸ ਕਰਕੇ, ਸਾਨੂੰ ਇੰਟਰਨਲ ਲੌਜਿਕ, ਇੰਟਰਨਲ ਸਟਰਕਚਰ ਸਾਨੂੰ ਸ਼ੋ ਹੀ ਨਹੀਂ ਹੋਏਗਾ। ਦੈਟ ਇਜ਼ ਦੀ ਬਲੈਕ ਬਾਕਸ। ਐਂਡ ਵਾਈਟ ਬਾਕਸ ਦੇ ਵਿੱਚ ਸਾਡੇ ਕੋਲ ਐਕਸੈਸ ਆਫ ਅ ਕੋਡ ਹੁੰਦਾ ਹੈ, ਆਪਾਂ ਜਿਹੜਾ ਵਾ ਇੰਟਰਨਲ ਪ੍ਰੋਸੈਸ ਦੇਖ ਸਕਦੇ ਹਾਂ। ਜੇ ਟਰਾਂਸਪੇਰੈਂਟ ਪ੍ਰੋਸੈਸ ਹੈ, ਟਰਾਂਸਪੇਰੈਂਟ ਡੱਬਾ ਹੈ ਸਾਡੇ ਕੋਲ, ਅਤੇ ਜੋ ਇਨਪੁਟ ਜਾ ਰਹੀ ਹੈ ਸਾਨੂੰ ਦਿਖੇਗੀ ਕਿ ਅੰਦਰ ਕੀ ਹੁੰਦਾ ਪਿਆ, ਅਤੇ ਫਿਰ ਉਹਦੀ ਆਊਟਪੁੱਟ ਆਏਗੀ, ਠੀਕ ਹੈ। ਲੈਵਲਸ ਆਫ ਟੈਸਟਿੰਗ ਨੇ, ਦੈਟ ਇਜ਼ ਦੀ ਯੂਨਿਟ, ਇੰਟੈਗ੍ਰੇਸ਼ਨ ਸਿਸਟਮ ਐਂਡ ਐਕਸੈਪਟੈਂਸ। ਯੂਨਿਟ ਦੇ ਵਿੱਚ ਇਹ ਸਿੰਗਲ ਯੂਨਿਟ ਨੂੰ ਟੈਸਟ ਕਰਨਾ ਹੈ। ਇੰਟੀਗ੍ਰੇਸ਼ਨ ਦੇ ਵਿੱਚ ਕਿ 2 ਯੂਨਿਟਸ ਨੂੰ ਕੰਬਾਈਨ ਕਰਨਾ, ਉਹਨੂੰ ਟੈਸਟ ਕਰਨਾ, ਫਿਰ 2 ਯੂਨਿਟਸ ਨੂੰ ਕੰਬਾਈਨ ਕਰਨਾ। ਸਿਸਟਮ ਦੇ ਵਿੱਚ ਕਹਿੰਦੇ ਕਿ ਓਵਰਆਲ ਆਪਾਂ ਟੈਸਟਿੰਗ ਕਰਨੀ ਹੈ। ਐਂਡ ਐਕਸੈਪਟੈਂਸ ਦੇ ਵਿੱਚ ਹੁੰਦਾ ਕਿ ਕਸਟਮਰ ਨੂੰ ਐਕਸੈਪਟ ਕਰ ਰਿਹਾ ਕਿ ਨਹੀਂ, ਕਸਟਮਰ ਦੇ ਅਕੋਰਡਿੰਗ ਜਿਹੜਾ ਪ੍ਰੋਡਕਟ ਬਣਿਆ ਹੈ ਜਾਂ ਨਹੀਂ, ਠੀਕ ਹੈ। ਇਹੀ ਚੀਜ਼ ਦੱਸੀ ਹੈ। ਉਸ ਤੋਂ ਬਾਅਦ ਇੰਟੀਗ੍ਰੇਸ਼ਨ ਟੈਸਟਿੰਗ ਵੀ ਅੱਗੋਂ 3 ਪਾਰਟਸ 'ਚ ਆਉਂਦੀ ਹੈ, ਟੌਪ ਡਾਊਨ, ਬਾਟਮ ਅਪ, ਸੈਂਡਵਿਚ ਐਂਡ ਬਿਗ ਬੈਂਗ। 4 ਪਾਰਟਸ 'ਚ ਜਾਂਦੀ ਹੈ ਸਾਰੀ। ਟੌਪ ਡਾਊਨ ਦੇ ਵਿੱਚ ਕਹਿੰਦਾ ਕਿ ਆਪਾਂ ਜਿਹੜੀ ਸਟਾਰਟ ਕਰਨਾ ਹੈ ਰੂਟ ਟੂ ਚਾਈਲਡ, ਮਤਲਬ ਨੋਟ ਉੱਪਰੋਂ ਦੀ ਸਟਾਰਟ ਹੋਣਾ ਵਾ ਅਤੇ ਚਾਈਲਡ ਤੱਕ ਜਾਣਾ ਹੈ। ਬਾਟਮ ਦੇ ਵਿੱਚ ਥੱਲੇ ਦੀ ਸਟਾਰਟ ਹੋਣਾ ਵਾ ਅਤੇ ਰੂਟ ਤੱਕ ਜਾਣਾ ਹੈ। ਸੈਂਡਵਿਚ ਦੇ ਵਿੱਚ ਹੁੰਦਾ ਕਿ ਟੌਪ ਵੀ ਕਰ ਸਕਦੇ ਹਾਂ ਔਰ ਬਾਟਮ ਵੀ, ਮਤਲਬ ਕਿ ਆਪਾਂ ਉੱਪਰੋਂ ਵੀ ਸਟਾਰਟ ਕਰ ਸਕਦੇ ਹਾਂ, ਫਿਰ ਥੱਲੇ ਵੀ ਟੈਸਟਿੰਗ ਕਰਨੀ ਸਟਾਰਟ ਕਰ ਸਕਦੇ। ਅਤੇ ਬਿਗ ਬੈਂਗ ਦੇ ਵਿੱਚ ਕਹਿੰਦਾ ਕਿ ਇੱਕੋ ਗੋ ਦੇ ਵਿੱਚ, ਇਨ ਵਨ ਗੋ, ਆਪਾਂ ਜਿਹੜਾ ਵਾ ਸਾਰੇ ਮੋਡਿਊਲਸ ਨੂੰ ਟੈਸਟ ਕਰਨਾ ਵਾ, ਇੰਟੀਗ੍ਰੇਟ ਕਰਨਾ ਹੈ। ਦੈਨ ਇਜ਼ ਦੀ ਰਿਗਰੈਸ਼ਨ ਟੈਸਟਿੰਗ, ਕਿ ਨਿਊ ਮੋਡਿਊਲਸ ਨੂੰ ਐਡ ਕਰਨਾ, ਚੇਂਜਸ ਅਪਡੇਸ਼ਨਸ ਕਰਨੀਆਂ। ਦੈਨ ਇਜ਼ ਦੀ ਸਮੋਕ ਟੈਸਟਿੰਗ, ਕਿ ਕੋਈ ਉੱਦਾਂ ਦਾ ਪ੍ਰੋਡਕਟ ਤਾਂ ਨਹੀਂ ਬਣ ਗਿਆ ਜਿਹਨੂੰ ਅੱਗ ਲੱਗ ਸਕਦੀ ਹੈ, ਜਾਂ ਕੋਈ ਸਮੋਕ ਵਗੈਰਾ ਫਾਇਰ ਕੇਸ ਆ ਜਾਏਗਾ। ਦੈਨ ਇਜ਼ ਦੀ ਐਲਫਾ ਬੀਟਾ ਟੈਸਟਿੰਗ। ਐਲਫਾ ਟੈਸਟਿੰਗ ਦੇ ਵਿੱਚ ਕਿੰਨਾ ਕਿ ਵੈਲਿਡ ਟੈਸਟਿੰਗ ਹੁੰਦੀ ਹੈ। ਇਹਦੇ ਵਿੱਚ ਕੀ ਐਕਸੈਪਟੈਂਸ ਟੈਸਟਿੰਗ ਹੈ, ਟਰਨ ਵੀ ਇਹਨੂੰ ਜਿਹੜਾ ਵਾ ਪ੍ਰੋਡਕਟ ਨੂੰ ਰਿਲੀਜ਼ ਕਰਨ ਤੋਂ ਪਹਿਲੇ ਕੀਤਾ ਜਾਂਦਾ ਵਾ। ਅਤੇ ਬੀਟਾ ਟੈਸਟਿੰਗ ਜਿਹੜੀ ਹੈ ਕਸਟਮਰ ਕਰਦਾ ਵਾ, ਇਹਨੂੰ ਰਿਲੀਜ਼ ਕੀਤਾ ਜਾਂਦਾ ਵਾ।
ਸਿਸਟਮ ਟੈਸਟਿੰਗ ਆਉਂਦਾ ਵਾ ਜਿਹਦੇ ਵਿੱਚ ਉਹਨੇ ਜਿਹੜਾ ਵਾ ਸਾਰੇ ਡਿਫਰੈਂਟ ਆਪਰੇਟਿੰਗ ਸਿਸਟਮਸ ਦਾ ਵੇਖਣਾ ਕਿ ਪ੍ਰੋਗਰਾਮ ਜਿਹੜਾ ਵਾ ਪ੍ਰੋਡਕਟ ਹੈ ਜਿਹੜਾ ਪ੍ਰੋਜੈਕਟ ਜਿਹੜਾ ਅਸੀਂ ਬਣਾਇਆ ਉਹ ਸਾਰੇ ਆਪਰੇਟਿੰਗ ਸਿਸਟਮਸ 'ਤੇ ਵਰਕ ਕਰ ਰਿਹਾ ਕਿ ਨਹੀਂ, ਕੋਈ ਐਰਰ ਤਾਂ ਨਹੀਂ ਆ ਰਿਹਾ। ਅਤੇ ਸਿਸਟਮ ਦੇ ਵਿੱਚ ਹੀ ਸਾਡੇ ਕੋਲ 3 ਪਾਰਟਸ ਆਉਂਦੇ ਨੇ, ਅਲਫਾ, ਬੀਟਾ ਅਤੇ ਐਕਸੈਪਟੈਂਸ। ਦੈਨ ਇਜ਼ ਦਾ ਸਟ੍ਰੈਸ ਟੈਸਟਿੰਗ ਕਿ ਕੋਈ ਸਿਚੁਏਸ਼ਨ ਦੇ ਵਿੱਚ ਕਿੱਦਾਂ ਪਰਫਾਰਮ ਕਰ ਰਿਹਾ, ਕੋਈ ਕੰਪਲੈਕਸਿਟੀ ਦਾ ਡਿਫਰੈਂਸ ਤਾਂ ਨਹੀਂ ਆ ਰਿਹਾ। ਦੈਨ ਇਜ਼ ਦੀ ਪਰਫਾਰਮੈਂਸ ਕਿ ਕਿੰਨਾ ਕਿੰਨਾ ਟਾਈਮ ਲੱਗ ਰਿਹਾ, ਉਹਦੀ ਸਪੀਡ ਕਿੰਨੀ ਹੈ। ਦੈਨ ਇਜ਼ ਦੀ ਮੋਟੀਵੇਸ਼ਨ ਟੈਸਟਿੰਗ ਜਿਹੜਾ ਕਿ ਇੰਪੋਰਟੈਂਟ ਟੌਪਿਕ ਹੈ, 6 ਮਾਰਕਸ ਕੁਐਸਚਨ 'ਚ ਵੀ ਆ ਸਕਦਾ, 2 ਮਾਰਕਸ ਕੁਐਸਚਨ 'ਚ ਵੀ ਆ ਸਕਦਾ। ਠੀਕ ਹੈ। ਪਰਫਾਰਮੈਂਸ ਟੂ ਡਿਜ਼ਾਈਨ ਨਿਊ ਸੌਫਟਵੇਅਰ ਟੈਸਟ, ਮਤਲਬ ਕਿ ਜੇ ਪੁਰਾਣੇ ਟੈਸਟ ਯੂਜ਼ ਕਰਕੇ ਆਪਾਂ ਨਵੇਂ ਟੈਸਟ ਬਣਾਉਣੇ ਆ, ਮਤਲਬ ਕਿ ਜੇ ਸਾਡੇ ਕੋਲ 2 ਟੈਸਟ ਆਪਾਂ ਉਹਨਾਂ ਨੂੰ ਕੰਬਾਈਨ ਕਰਕੇ ਨਵਾਂ ਟੈਸਟ ਬਣਾ ਲਿਆ ਅਤੇ ਫਿਰ ਆਪਾਂ ਵੇਖਾਂਗੇ ਕਿ ਕੀ ਉਹ ਜਿਹੜਾ ਵਾ ਉਹਦੇ ਅਕੋਰਡਿੰਗ ਪ੍ਰੋਡਕਟ ਵਰਕ ਕਰ ਰਿਹਾ ਹੈ ਕਿ ਨਹੀਂ। ਠੀਕ ਹੈ। ਦੈਟ ਇਜ਼ ਦੀ ਮੋਟੀਵੇਸ਼ਨ ਟੈਸਟਿੰਗ। ਓਰੀਜਨਲ ਪ੍ਰੋਗਰਾਮ ਹੋਏਗਾ ਜਾਂ ਮੂਚਨ ਪ੍ਰੋਗਰਾਮ ਹੋਏਗਾ ਤਾਂ ਉਹ ਜਿਹੜਾ ਸਾਨੂੰ ਆਊਟਪੁੱਟ ਦੇਗਾ। ਦੈਨ ਇਜ਼ ਦੀ ਆਬਜੈਕਟ ਓਰੀਐਂਟਿਡ ਟੈਸਟਿੰਗ ਜਿਹਦੇ ਵਿੱਚ ਕੀ ਕੰਬਾਈਨ ਕਰਨਾ ਆਪਾਂ ਵੇਰੀਅਸ ਟੈਸਟਿੰਗ ਟੈਕਨੀਕਸ ਨੂੰ। ਠੀਕ ਹੈ। ਬਲੈਕ ਬਾਕਸ ਦੇ ਵਿੱਚ ਸਾਡੇ ਕੋਲ ਫੰਕਸ਼ਨਲ, ਨਾਨ ਫੰਕਸ਼ਨਲ ਅਤੇ ਰੈਗਰੈਸ਼ਨ ਟੈਸਟਿੰਗ ਆਉਂਦੀ ਹੈ। ਅਤੇ ਵਾਈਟ ਬਾਕਸ ਦੇ ਵਿੱਚ ਸਾਡੇ ਕੋਲ ਆਉਂਦੀ ਹੈ ਪਾਥ ਟੈਸਟਿੰਗ, ਲੂਪ ਟੈਸਟਿੰਗ ਐਂਡ ਕੰਡੀਸ਼ਨਲ ਟੈਸਟਿੰਗ। ਪਾਥ ਟੈਸਟਿੰਗ ਦੇ ਵਿੱਚ ਆਪਾਂ ਕੀ ਇੱਕ ਸਟੇਟਮੈਂਟ ਨੂੰ ਚੈੱਕ ਕਰਨਾ, ਜਿਵੇਂ ਕਿ ਸਾਨੂੰ ਕੋਈ ਵੀ ਸਟੇਟਮੈਂਟ ਗਿਵਨ ਹੈ, ਪ੍ਰਿੰਟ ਹੈਲੋ ਵਰਲਡ, ਇੱਕ ਸਿੰਪਲ ਸਟੇਟਮੈਂਟ ਹੈ, ਆਪਾਂ ਨੂੰ ਚੈੱਕ ਕਰਨਾ। ਲੂਪ ਟੈਸਟਿੰਗ ਵਿੱਚ ਆ ਜਾਏਗਾ ਇਫ ਐਲਸ ਵਗੈਰਾ, ਕੋਈ ਲੂਪਿੰਗ ਆ ਜਾਏਗੀ, ਇਫ ਐਲਸ ਆ ਜਾਏਗਾ, ਫॉर ਵਾਈਲ, ਡੂ ਵਾਈਲ ਆ ਜਾਏਗਾ। ਠੀਕ ਹੈ। ਪਾਥ ਟੈਸਟਿੰਗ ਆ ਜਾਏਗੀ, ਕੰਡੀਸ਼ਨਲ ਟੈਸਟਿੰਗ ਆ ਜਾਏਗੀ। ਵਾਈਟ ਬਾਕਸ ਦੇ ਵਿੱਚ ਸਾਡੇ ਕੋਲ ਫਰਦਰ ਜਿਹੜਾ ਵਾ ਸਾਈਕਲੋਮੈਟਿਕ ਕੰਪਲੈਕਸਿਟੀ ਆਉਂਦੀ ਹੈ, ਜਿਹਦੇ ਵਿੱਚ ਉਹਨੇ ਕੰਪਲੈਕਸਿਟੀ ਨੂੰ ਮੈਜਰ ਕਰਨਾ ਵਾ ਇੰਡੀਪੈਂਡੈਂਟ ਪਾਥ ਦੀ। ਇਹਦੇ ਵਿੱਚ ਗ੍ਰਾਫ ਗਿਵਨ ਹੁੰਦਾ ਵਾ ਅਤੇ ਆਪਾਂ ਕੀ ਹੈ ਐਜਿਸ ਵੇਖਣੇ ਆ, ਨੋਡਸ ਵੇਖਣੇ ਕਿ ਕੋਈ ਜੇ ਤਾਂ ਕੋਈ ਸਾਈਕਲ ਬਣਦਾ ਪੈਣਾ, ਜਿਹਦੇ ਪਹਿਲੇ ਆਏਗਾ ਕਿ P+1 ਦੈਟ ਇਜ਼ ਕਿੰਨੇ ਨੰਬਰ ਆਫ ਸਾਈਕਲਸ ਬਣ ਗਏ +1, ਜਾਂ ਫਿਰ ਸਾਡੇ ਕੋਲ ਐਜਿਸ ਕਿੰਨੇ ਹੈਗੇ ਆ, ਨੋਡਸ ਕਿੰਨੀਆਂ ਬਣੀਆਂ, ਪਲੱਸ ਕਰਨਾ 2, ਆਂਸਰ ਦੋਨਾਂ ਦਾ ਸੇਮ ਆਏਗਾ। ਠੀਕ ਹੈ। ਆਪਾਂ ਦੇਖਣਾ ਕਿ ਨॉन ਓਵਰਲੈਪਿੰਗ ਰੀਜਨਸ ਨੇ ਗ੍ਰਾਫ। ਬਲੈਕ ਬਾਕਸ ਦੇ ਵਿੱਚ ਸਾਡੇ ਕੋਲ ਆਉਂਦਾ ਸਿੰਟੈਕਸ ਡਰਿਵਨ ਕਿ ਕੋਈ ਸਿੰਟੈਕਸ ਗਿਵਨ ਆਪਾਂ ਨੂੰ ਦੇਖਣਾ ਕਿ ਪ੍ਰੋਪਰਲੀ ਹੈ ਕਿ ਨਹੀਂ। ਫਿਰ ਇਕੁਈਵੈਲੈਂਸ ਪਾਰਟੀਸ਼ਨਿੰਗ ਕਿ ਆਪਾਂ ਜਿਵੇਂ ਵੋਟਿੰਗ ਕਰਵਾਉਣੀ ਹੈ, ਲੈਸ ਦੈਨ 18, ਇਕੁਅਲਸ ਟੂ 18 ਐਂਡ ਗ੍ਰੇਟਰ ਦੈਨ 18, 3 ਟੈਸਟ ਕੇਸਿਸ ਬਣ ਜਾਂਦੇ ਆ। ਐਂਡ ਬਾਊਂਡਰੀ ਵੈਲਿਊ ਐਨਾਲਿਸਿਸ ਦੇ ਵਿੱਚ ਆਪਾਂ ਕੀ -1, +1 ਐਂਡ 0 1 ਕਰਨਾ, ਮਤਲਬ ਕੋਈ ਵੀ ਵੈਲਿਊ ਗਿਵਨ ਹੈ, ਜਿਵੇਂ 10 to 20 ਗਿਵਨ ਹੈ ਅਤੇ ਆਪਾਂ 10 - 1 10 ਅਤੇ 10+1 ਚੈੱਕ ਕਰਨਾ ਹੈ, ਅਤੇ ਉਹਦੇ 20 - 1 20 20+1 ਚੈੱਕ ਕਰਨਾ। ਬਾਊਂਡਰੀ ਦੇ ਵਿੱਚ ਸਾਡੇ ਕੋਲ 6 ਕੇਸਿਸ ਬਣ ਜਾਂਦੇ ਆ। ਠੀਕ ਹੈ। ਨੈਕਸਟ ਇਜ਼ ਦੀ ਕੌਸ ਇਫੈਕਟ ਗ੍ਰਾਫਿੰਗ। ਇਹਦੇ ਵਿੱਚ ਕੀ ਰਿਲੇਸ਼ਨ ਦੱਸਦਾ ਵਾ ਸਾਨੂੰ ਲੌਜੀਕਲ ਇਨਪੁੱਟ ਦੇ ਵਿੱਚ ਕਰਕੇ, ਇਨਪੁੱਟ ਦੇ ਵਿੱਚ ਕਰਕੇ ਰਿਲੇਸ਼ਨਸ਼ਿਪ ਹੈ। ਫਿਰ ਰਿਕੁਆਇਰਡ ਬੇਸਡ SRS ਜਿਹੜਾ ਵਾ ਉਹ ਬਣਾਇਆ ਹੋਏਗਾ ਤੁਸੀਂ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ। ਟੈਸਟਿੰਗ ਗਾਈਡਲਾਈਨਸ ਆਉਂਦੀ ਹੈ, ਡਿਵੈਲਪਮੈਂਟ ਟੀਮ should avoid software testing. Software can never be 100% bug free. Start as early as possible. Prioritize section. Time avail is limited. ਟੈਸਟ ਕੇਸਿਸ ਦੇ ਵਿੱਚ ਕੀ 3 ਚੀਜ਼ਾਂ ਆਉਂਦੀਆਂ ਵਾ, ISO ਇਨਪੁਟ ਟੂ ਸਿਸਟਮ, ਸਟੇਟ ਆਫ ਅ ਸਿਸਟਮ ਐਂਡ ਆਊਟਪੁੱਟ ਆਫ ਅ ਸਿਸਟਮ। ਟੈਸਟ ਸੂਟ ਕੀ ਹੈ ਕਿ ਟੈਸਟ ਕੇਸਿਸ ਦਾ ਇੱਕ ਸਟਰਕਚਰ ਹੈ ਜਾਂ ਫਿਰ ਸੈੱਟ ਹੈਗਾ ਵਾ, ਉਹਨੂੰ ਆਪਾਂ ਟੈਸਟ ਸੂਟ ਬੋਲਦੇ ਹਾਂ। ਫੰਕਸ਼ਨਲ, ਨਾਨ ਫੰਕਸ਼ਨਲ ਆਉਂਦੀ ਹੈ। ਫੰਕਸ਼ਨਲ ਜਿਹੜੀ ਹੈ ਫੰਕਸ਼ਨਲ ਰਿਕੁਆਇਰਮੈਂਟਸ ਦੇ ਨਾਲ ਡੀਲ ਕਰਨਗੇ, ਜਿੱਦਾਂ ਕਿ ਡਰੋਪ ਡਾਊਨ ਲਿਸਟ ਆ ਗਿਆ, ਕੋਈ ਕੰਬੋ ਬਾਕਸ ਆ ਗਿਆ। ਠੀਕ ਹੈ। ਇਹਦੇ ਵਿੱਚ ਸਮੋਕ ਇੰਟੀਗ੍ਰੇਸ਼ਨ ਸਿਸਟਮ, ਰਿਗਰੈਸ਼ਨ, ਯੂਜ਼ਰ ਐਕਸੈਪਟੈਂਸ ਆ ਜਾਂਦਾ। ਅਤੇ ਨਾਨ ਫੰਕਸ਼ਨਲ ਨੇ ਕੀ ਕੁਆਲਿਟੀ ਪਰਫਾਰਮੈਂਸ ਨੂੰ ਇੰਪਰੂਵ ਕਰਨਾ, ਯੂਜ਼ੇਬਿਲਿਟੀ, ਪਰਫਾਰਮੈਂਸ, ਕੰਪੈਟੇਬਿਲਿਟੀ, ਸਟ੍ਰੈਸ ਟੈਸਟਿੰਗ ਆਉਂਦਾ। ਦੈਨ ਇਜ਼ ਦਾ ਸਲੇਨੀਅਮ ਟੂਲ। ਇਹ ਓਪਨ ਸੋਰਸ ਟੂਲ ਹੈ, ਆਟੋਮੇਟਿੰਗ ਟੂਲ ਹੈ। ਠੀਕ ਹੈ। ਆਟੋਮੇਸ਼ਨ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਵੈਬਸਾਈਟਸ ਲਈ, ਵੈਬ ਬਰਾਊਜ਼ਰਸ ਲਈ, ਵੈਬ ਐਪਲੀਕੇਸ਼ਨਸ ਨੂੰ ਡਾਇਨਾਮਿਕਲੀ ਟੈਸਟ ਕਰਨ ਲਈ ਯੂਜ਼ ਕੀਤਾ ਜਾਂਦਾ। ਕੰਪੋਨੈਂਟਸ ਕੀ ਹੈ, IDE ਆ ਜਾਏਗਾ, ਸਲੇਨੀਅਮ ਰਿਪੋਰਟ ਕੰਟਰੋਲ, ਵੈਬ ਡਰਾਈਵਰ ਐਂਡ ਸਲੇਨੀਅਮ ਗ੍ਰਿਡ। ਦੈਨ ਇਜ਼ ਦਾ ਸੌਫਟਵੇਅਰ ਰਿਲਾਇਬਿਲਿਟੀ, ਕਿ ਪ੍ਰੋਡਕਟ ਜਿਹੜਾ ਹੈ ਰਿਲਾਇਬਲ ਹੈਗਾ ਕਿ ਨਹੀਂ, ਟਰਸਟਵਰਦੀਨੈਸ ਹੈ, ਡਿਪੈਂਡੇਬਲ ਤਾਂ ਨਹੀਂ ਹੁੰਦਾ ਪਿਆ ਕਿਸੇ ਚੀਜ਼ 'ਤੇ, ਜਾਂ ਅਸੀਂ ਜੇ ਕਿਸੇ ਹੋਰ ਆਪਰੇਟਿੰਗ ਸਿਸਟਮ 'ਤੇ ਕਰਾ ਰਹੇ ਹਾਂ ਵਰਕ ਤਾਂ ਪ੍ਰੋਪਰਲੀ ਵਰਕ ਕਰ ਰਿਹਾ ਕਿ ਨਹੀਂ। ਸਰ ਫੇਲੀਅਰ ਹੋ ਜਾਂਦੇ ਨੇ 2 ਤਰ੍ਹਾਂ ਦੇ, ਹਾਰਡਵੇਅਰ, ਸੌਫਟਵੇਅਰ। ਹਾਰਡਵੇਅਰ ਫੇਲੀਅਰ ਥੋੜ੍ਹਾ ਡਿਫਰੈਂਟ ਹੁੰਦਾ ਵਾ, ਕੰਪਲੈਕਸ ਹੋ ਜਾਂਦਾ ਵਾ, ਰੀਪੇਅਰ ਕਰਨਾ, ਰੀਪਲੇਸ ਕਰਨਾ, ਬਟ ਸੌਫਟਵੇਅਰ ਨੂੰ ਆਪਾਂ ਈਜ਼ੀਲੀ ਜਿਹੜਾ ਹੈ ਰੀਪਲੇਸ ਕਰ ਸਕਦੇ ਹਾਂ, ਟੈਸਟ ਕਰ ਸਕਦੇ ਹਾਂ ਅਤੇ ਟਰਸਟ ਕਰੈਕਟ ਕਰ ਸਕਦੇ ਹਾਂ। ਦੈਨ ਇਜ਼ ਦੀ ਰਿਲਾਇਬਿਲਿਟੀ ਮੈਟ੍ਰਿਕਸ, ਜਿਹਦੇ ਵਿੱਚ ਕੀ ਹੈ ਕਿ 6 ਫੀਚਰਸ ਆਉਂਦੇ ਨੇ, ਰੌਕ ਆਫ, MTTF, MTTR, MTBF, ਪੋਡ ਆਫ ਐਂਡ ਅਵੇਲੇਬਿਲਿਟੀ। ਠੀਕ ਹੈ। ਇਹਦੇ ਵਿੱਚ ਕੀ ਹੈ ਕਿ 2 ਮਾਰਕਸ ਦਾ ਨੂਮੈਰੀਕਲ ਜਾਂ ਫਿਰ 6 ਮਾਰਕਸ ਦੇ ਵਿੱਚ ਜਿਹੜਾ ਵਾ ਨੂਮੈਰੀਕਲ ਆ ਸਕਦਾ ਵਾ, ਜਿਹਦੇ ਵਿੱਚ ਕੀ ਅਸੀਂ ਅਵੇਲੇਬਿਲਿਟੀ ਫਾਈਂਡ ਕਰਨੀ ਹੁੰਦੀ ਹੈ। MTBF equals to MTTF plus MTTR. That is the mean time between failure equals to mean time to failure plus mean time to reappear. ਇਹ ਚੀਜ਼ ਆਉਂਦੀ ਹੈ। ਅਵੇਲੇਬਿਲਿਟੀ ਫਾਈਂਡ ਆਊਟ ਕਰਨੀ ਹੈ, ਉਹਦਾ ਫਾਰਮੂਲਾ ਹੈਗਾ ਦੈਟ ਇਜ਼ ਦੀ MTBF upon MTBF plus MTTR into 100. ਸੌਫਟਵੇਅਰ ਰਿਲਾਇਬਿਲਿਟੀ ਗਰੋਥ ਮਾਡਲ, ਕਿ ਕਿੱਦਾਂ ਇੱਕ ਸੌਫਟਵੇਅਰ ਸਿਸਟਮ ਹੈ ਜਿਹੜਾ ਉਹ ਕਿੱਦਾਂ ਰਿਲਾਇਬਲ ਹੋਏਗਾ, ਕਿੱਦਾਂ ਉਹ ਟੈਸਟਿੰਗ ਦੇ ਨਾਲ, ਮਤਲਬ ਟੈਸਟਿੰਗ ਦੇ ਡਿਊਰਿੰਗ ਜਿਹੜਾ ਵਾ ਚੇਂਜਸ ਕਰ ਸਕਦਾ ਵਾ, ਫੇਲੀਅਰ ਰੇਟ ਚੇਂਜ ਹੁੰਦੇ ਨੇ, ਫਾਲਟ ਇੰਪਰੂਵ ਐਰਰਸ, ਮੈਨੇਜ ਐਫਰਟਸ ਐਂਡ ਫਿਕਸ ਡਿਬਗਿੰਗ। ਠੀਕ ਹੈ। ਦੈਨ ਇਜ਼ ਦਾ CO5, ਜਿਹਦੇ ਵਿੱਚ ਆਪਾਂ ਇੰਸ਼ੋਰੈਂਸ, ਕੁਆਲਿਟੀ ਵਗੈਰਾ ਪੜ੍ਹਨੀ ਹੈ, ਰਿਵਿਊਜ਼ ਦੇਖਾਂਗੇ ਇੱਕ ਵਾਰੀ, CMM, TQM। ਠੀਕ ਹੈ। ISO ਮਾਡਲ ਦੇਖਾਂਗੇ। ਠੀਕ ਹੈ। ਕੁਆਲਿਟੀ ਕੀ ਹੈ ਕਿ ਆਪਾਂ ਜਿਹੜਾ ਰਿਕੁਆਇਰਮੈਂਟਸ ਨੂੰ, ਐਕਸਪੈਕਟੇਸ਼ਨਸ ਨੂੰ, ਕਸਟਮਰ ਦੀਆਂ ਨੀਡਸ ਨੂੰ ਮੀਟ ਕਰਨਾ ਵਾ, ਕਿ ਕੋਈ ਡਿਫੈਕਟ ਨਹੀਂ ਹੈ, ਕੋਈ ਲੈਕ ਤਾਂ ਨਹੀਂ ਕਰਦਾ ਪਿਆ ਕਿਸੇ ਚੀਜ਼ ਤੋਂ।
ਦੈਨ ਇਜ਼ ਦੀ ਅਸ਼ੋਰੈਂਸ, ਜਿਹਦੇ ਵਿੱਚ ਕੀ ਆਪਾਂ ਪੋਜ਼ੀਟਿਵ ਜਿਹੜਾ ਵਾ ਇਫੈਕਟ ਦੇਖਣਾ ਹੈ। ਕੁਆਲਿਟੀ ਫੈਕਟਰਸ ਕੀ ਹੈ? ਪੋਰਟੇਬਿਲਿਟੀ, ਯੂਜ਼ੇਬਿਲਿਟੀ, ਰੀਯੂਜ਼ੇਬਿਲਿਟੀ, ਕਰੈਕਟਨੈਸ ਐਂਡ ਮੇਨਟੇਨੇਬਿਲਿਟੀ। ਕੁਆਲਿਟੀ ਅਸ਼ੋਰੈਂਸ ਕੀ ਹੁੰਦੀ ਹੈ? ਆਪਾਂ ਡਿਫੈਕਟਸ ਨੂੰ ਪ੍ਰੀਵੈਂਟ ਕਰਨਾ, ਅਤੇ ਕੁਆਲਿਟੀ ਕੰਟਰੋਲ ਹੁੰਦੀ ਕਿ ਆਪਾਂ ਡਿਫੈਕਟ ਨੂੰ ਆਈਡੈਂਟੀਫਾਈ ਕਰਨਾ। ਦੈਨ ਇਜ਼ ਦੀ ਸੋਫਟਵੇਅਰ ਕੁਆਲਿਟੀ ਅਸ਼ੋਰੈਂਸ, ਜਿਹਦੇ ਵਿੱਚ ਇਹਨੇ ਅਸ਼ੋਰ ਕਰਨਾ ਵਾ ਸਾਰੇ ਮੈਥਡਸ, ਪ੍ਰੋਸੈਸਿਸ, ਐਕਟੀਵਿਟੀਜ਼ ਨੂੰ, ਵਰਕ ਆਈਟਮਸ ਨੂੰ ਮੋਨੀਟਰ ਕਰਨਾ ਵਾ, ਦੇਖਣਾ ਕੋਈ ਐਰਰ ਵਗੈਰਾ ਤਾਂ ਨਹੀਂ ਆ ਰਿਹਾ। ਦੈਨ ਇਜ਼ ਦੀ ISO ਐਂਡ CMMI ਮਾਡਲ ਆਉਂਦਾ ਵਾ SQA ਦੇ ਵਿੱਚ, ਦੈਟ ਇਜ਼ ਸੋਫਟਵੇਅਰ ਕੁਆਲਿਟੀ ਅਸ਼ੋਰੈਂਸ। ਇਹਦੀ ਐਕਟੀਵਿਟੀਜ਼ ਕੀ ਪਹਿਲੇ ਪ੍ਰੋਪਰਲੀ ਪਲਾਨ ਬਣਾਵਾਂਗੇ, ਫਿਰ ਚੈੱਕ ਪੁਆਇੰਟਸ ਨੂੰ ਸੈਟਅਪ ਕਰਾਂਗੇ, ਟੈਕਨੀਕਸ ਅਪਲਾਈ ਕਰਾਂਗੇ, ਫਾਰਮਲ ਟੈਕਨੀਕਲ ਰਿਵਿਊ ਨੂੰ ਐਗਜ਼ੀਕਿਊਟ ਕਰਾਂਗੇ, ਐਂਡ ਦੈਨ ਦ ਮਲਟੀ ਟੈਸਟਿੰਗ ਸਟ੍ਰੈਟੇਜੀ ਦੇਖਾਂਗੇ। ISO ਕੀ ਹੈ? ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਹੈ, 63 ਕੰਟਰੀਜ਼ ਨੇ ਜਿਹੜਾ ਵਾ ਇਸਟੈਬਲਿਸ਼ ਕੀਤਾ ਸੀ। ਇੱਕ ਪ੍ਰੋਪਰਲੀ ਜਿਹੜਾ ਵਾ ਇੱਕ ਮੈਨੇਜਮੈਂਟ ਹੈ, ਇੱਕ ਗਾਈਡਲਾਈਨ ਹੈ, ਜਿਹਨੂੰ ਕਿ ਕੰਟਰੀਜ਼ ਨੇ ਬਣਾ ਕੇ ਕੌਨਸਟੀਟਿਊਸ਼ਨ ਟਾਈਪ ਜਿਹੜਾ ਵਾ ਬਣਾਇਆ ਸੀ, ਜਿਹੜਾ ਕਿ ਹਰ ਇੱਕ ਕੰਟਰੀ ਦੁਆਰਾ ਫੋਲੋ ਕੀਤਾ ਜਾਂਦਾ ਵਾ, ਹਰ ਇੱਕ ਕੰਪਨੀ ਦੁਆਰਾ ਫੋਲੋ ਕੀਤਾ ਜਾਂਦਾ ਵਾ। ISO 9001 ਜਿਹਨੇ ਕਿ ਡਿਜ਼ਾਈਨਿੰਗ ਡਿਵੈਲਪਮੈਂਟ ਦੇਖਣੀ ਹੈ। 9002 ਨੇ ਸਿਰਫ ਪ੍ਰੋਡਕਸ਼ਨ ਵੱਲ ਧਿਆਨ ਦੇਣਾ, ਐਂਡ 9003 ਨੇ ਟੈਸਟਿੰਗ ਐਂਡ ਇੰਸਟਾਲੇਸ਼ਨ ਵੱਲ ਧਿਆਨ ਦੇਣਾ। ਦੈਨ ਇਜ਼ ਦੀ ISO 9001 2001, ਦੈਟ ਇਜ਼ ਦੀ 2000 ਈਅਰ ਦੇ ਵਿੱਚ ਅਪਡੇਟ ਕੀਤਾ ਗਿਆ ਸੀ, ਅਤੇ ਉਹਨੂੰ ਜਿਹੜਾ ਵਾ ਵੇਖਿਆ ਗਿਆ ਕਿ ਕੰਸਿਸਟੈਂਟਲੀ ਜਿਹੜਾ ਵਾ ਰਿਕੁਆਇਰਮੈਂਟਸ ਨੂੰ ਮੀਟ ਕਰ ਰਿਹਾ ਕਿ ਨਹੀਂ। ਦੈਨ ਇਜ਼ ਦੀ ਸੀਜ਼ਮ, ਦੈਟ ਇਜ਼ ਦੀ SIECMM, ਮਤਲਬ ਕਿ ਸੋਫਟਵੇਅਰ ਇੰਜੀਨੀਅਰਿੰਗ ਇੰਸਟੀਟਿਊਟ ਕੈਪੇਬਿਲਿਟੀ ਮੈਚਿਓਰਿਟੀ ਮਾਡਲ, ਜਿਹਨੇ ਕਿ ਡਿਵੈਲਪ ਕੀਤਾ ਹੈ ਅਤੇ ਰਿਫਾਈਨ ਕੀਤਾ ਇੱਕ ਆਰਗੇਨਾਈਜ਼ਡ ਜਾਂ ਫਿਰ ਆਰਗੇਨਾਈਜੇਸ਼ਨ ਨੂੰ ਸੋਫਟਵੇਅਰ ਡਿਵੈਲਪਮੈਂਟ ਪ੍ਰੋਸੈਸ ਦੀ। ਇਹਦੇ ਵਿੱਚ 5 ਐਵੋਲਿਊਸ਼ਨਰੀ ਸਟੇਜਿਸ ਨੂੰ ਵੀ ਉਹਨੇ ਦੱਸਿਆ ਵਾ। ਦੈਨ ਇਜ਼ ਦੀ CMM, ਦੈਟ ਇਜ਼ ਦੀ ਕੈਪੇਬਿਲਿਟੀ ਮੈਚਿਓਰਿਟੀ ਮਾਡਲ। ਇਹਨੂੰ ਜਿਹੜਾ ਵਾ ਐਜ਼ ਅ ਬੈਂਚਮਾਰਕ ਯੂਜ਼ ਕੀਤਾ ਜਾਂਦਾ ਵਾ। ਇਹਦੇ ਕਰੈਕਟਰਿਸਟਿਕਸ ਕੀ ਨੇ ਕਿ ਇਹਨੇ ਪਹਿਲੇ ਆਪਟੀਮਾਈਜ਼ ਕਰਨਾ, ਮਤਲਬ ਥੱਲੇ ਦੀ ਸਟਾਰਟ ਕੀਤਾ, ਪਹਿਲੇ ਇਨੀਸ਼ੀਅਲ ਪ੍ਰੋਸੈਸ ਆਏਗਾ, ਫਿਰ ਮੈਨੇਜਡ, ਡਿਫਾਈਨਡ, ਕੁਆਂਟੀਟੇਟਿਵਲੀ ਮੈਨੇਜਮੈਂਟ ਐਂਡ ਆਪਟੀਮਾਈਜ਼ਿੰਗ, ਠੀਕ ਹੈ। ਦੈਨ ਇਜ਼ ਦਾ CMMI, ਦੈਟ ਇਜ਼ ਦੀ ਕੈਪੇਬਿਲਿਟੀ ਮੈਚਿਓਰਿਟੀ ਮਾਡਲ ਇੰਟੀਗ੍ਰੇਸ਼ਨ, ਜਿਹਦੇ ਵਿੱਚ ਉਹਨੇ ਕਿ ਵਰਜ਼ਨਸ ਵਗੈਰਾ ਦੇਖੇ ਨੇ, ਯੂਜ਼ੇਬਿਲਿਟੀ ਨੂੰ ਇੰਪਰੂਵ ਕੀਤਾ ਕਿ ਨਵੇਂ ਨਵੇਂ ਵਰਜ਼ਨਸ ਆਉਂਦੇ ਨੇ ਹਰ ਇੱਕ ਚੀਜ਼ ਦੇ। ਦੈਨ ਇਜ਼ ਦਾ TQM, ਟੋਟਲ ਕੁਆਲਿਟੀ ਮੈਨੇਜਮੈਂਟ, ਮਤਲਬ ਕਿ ਉਹਨੇ ਇਨਪੁਟ ਦੇਖਣੀ ਹੈ ਟੌਪ ਟੂ ਲੋਅਰ ਮੋਸਟ ਇੰਪਲੋਏ ਦੀ, ਹਰ ਇੱਕ ਚੀਜ਼ ਦੀ ਦੇਖਣੀ ਹੈ। ਫਿਰ ਕੁਆਲਿਟੀ ਦੇਖਣੀ ਕਿ ਫੁੱਲੀ ਕਸਟਮਰ ਨੀਡਸ ਅਕੋਰਡਿੰਗਲੀ, ਰਿਕੁਆਇਰਮੈਂਟਸ ਅਕੋਰਡਿੰਗਲੀ ਬਣਿਆ ਕਿ ਨਹੀਂ। ਦੈਨ ਮੈਨੇਜਮੈਂਟ ਦੇਖਣੀ ਹੈ ਕਿ ਆਰਗੇਨਾਈਜ਼ਡ ਹੈ ਪ੍ਰੋਪਰਲੀ ਕਿ ਨਹੀਂ। ਕੰਪਨੀਜ਼ ਜਿਹੜੀਆਂ ਵੇ ਮੋਸਟਲੀ TQM ਨੂੰ ਇੰਪਲੀਮੈਂਟ ਕਰਦੀਆਂ ਵੇ, ਦੈਟ ਕੰਪਨੀਜ਼ ਆਰ ਫੋਰਡ ਮੋਟਰ ਕੰਪਨੀ, ਟੋਯੋਟਾ ਮੋਟਰ, SGL ਕਾਰਬਨ ਐਂਡ ਫਿਲਿਪਸ ਸੈਮੀ ਕੰਡਕਟਰ। ਐਲੀਮੈਂਟਸ ਕੀ ਹੈ TQM ਦੇ? ਕਸਟਮਰ ਸੈਟਿਸਫੈਕਸ਼ਨ, ਡੂ ਇਟ ਰਾਈਟ ਫਸਟ ਟਾਈਮ, ਕੰਟੀਨਿਊਸ ਇੰਪਰੂਵਮੈਂਟ, ਇੰਪਲੋਏ ਮੈਨੇਜਮੈਂਟ, ਬੈਂਚਮਾਰਕਿੰਗ, ਫੀਡਬੈਕ ਮੈਕੈਨਿਜ਼ਮ ਐਂਡ ਇੰਪਾਵਰਿੰਗ ਸਟਾਫ। ਦੈਨ ਇਜ਼ ਦਾ 6 ਸਿਗਮਾ, ਦੈਟ ਇਜ਼ ਦੀ ਸੈਟ ਆਫ ਟੈਕਨੀਕਸ ਹੈ, ਟੂਲਸ ਨੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਵਾ ਕੁਆਲਿਟੀ ਨੂੰ ਇੰਪਰੂਵ ਕਰਨ ਲਈ, ਤਾਂ ਕਿ ਜਿਹੜੇ ਸਾਨੂੰ ਬੈਟਰ ਕੁਆਲਿਟੀ ਦੇ ਵਿੱਚ ਆਊਟਪੁੱਟ ਮਿਲੇ, ਠੀਕ ਹੈ। ਆਪਾਂ ਡਿਫੈਕਟਸ ਵਗੈਰਾ ਨੂੰ ਰਿਮੂਵ ਕਰਨਾ, ਨਾਰਮਲ ਡਿਸਟਰੀਬਿਊਸ਼ਨ ਹੁੰਦੀ ਹੈ ਸਿਗਮਾ, ਅਤੇ ਡੈਵੀਏਸ਼ਨ ਆਉਂਦੀ ਹੈ। ਪ੍ਰਿੰਸੀਪਲਸ ਕੀ ਨੇ ਇਹਦੇ? ਕਸਟਮਰ 'ਤੇ ਫੋਕਸ ਕਰਨਾ ਵਾ, ਡੇਟਾ ਯੂਜ਼ ਕਰਨਾ, ਕੰਟੀਨਿਊਸਲੀ ਜਿਹੜਾ ਵਾ ਆਪਾਂ ਇੰਪਰੂਵ ਕਰਨਾ, ਪੀਪਲ ਇਨਵੋਲਵ ਕਰਨੇ, ਫਲੈਕਸੀਬਲ ਦੇਖਣਾ। ਇਹਦੇ ਵਿੱਚ 2 ਮੈਥਡ ਆਉਂਦੇ ਆ, DMAC ਐਂਡ DMATF, ਦੈਟ ਇਜ਼ ਡਿਫਾਈਨ, ਮੈਜਰ, ਐਨਾਲਾਈਜ਼, ਇੰਪਰੂਵ, ਕੰਟਰੋਲ। ਐਂਡ DMATF ਦੇ ਵਿੱਚ ਆਉਂਦਾ ਡਿਫਾਈਨ, ਮੈਜਰ, ਐਨਾਲਾਈਜ਼, ਡਿਜ਼ਾਈਨ ਐਂਡ ਵੈਰੀਫਾਈ। DMAC ਨੇ ਜਿਹੜਾ ਵਾ ਇੰਪਰੂਵ ਕਰਨਾ ਐਗਜ਼ਿਸਟਿੰਗ ਸਿਸਟਮ ਨੂੰ, ਐਂਡ DMAC ਨੇ ਜਿਹੜਾ ਵਾ ਨਿਊ ਸਿਸਟਮ ਨੂੰ ਬਿਲਡਅਪ ਕਰਨਾ ਵਾ, ਅਤੇ ਉਹਦੇ ਲਈ ਇਹ ਜਿਹੜੇ ਮੈਜਰਸ ਨੇ ਉਹ ਯੂਜ਼ ਕੀਤੇ ਜਾਂਦੇ ਆ। CO6 ਦੇ ਵਿੱਚ ਆਪਾਂ ਦੇਖਾਂਗੇ ਸੋਫਟਵੇਅਰ ਕੰਟਰੋਲ ਮੈਨੇਜਮੈਂਟ ਹੈ, ਵਰਜ਼ਨ ਕੰਟਰੋਲਸ ਨੇ, ਠੀਕ ਹੈ, ਰਿਸਕ ਮੈਨੇਜਮੈਂਟ ਹੈ, CBSE ਹੈ, ਪ੍ਰੋਫੈਸ਼ਨਲ ਐਥਿਕਸ ਵਗੈਰਾ ਇਹ ਚੀਜ਼ਾਂ ਆ ਜਾਣਗੀਆਂ, ਠੀਕ ਹੈ। ਸਭ ਤੋਂ ਪਹਿਲੇ ਆਉਂਦਾ ਕੇਸ, ਦੈਟ ਇਜ਼ ਦੀ ਕੰਪਿਊਟਰ ਏਡਡ ਸੋਫਟਵੇਅਰ ਇੰਜੀਨੀਅਰਿੰਗ ਹੈ। ਇਹ ਕੀ ਹੈ? ਮਾਰਕੀਟ ਰੇਟ ਦੇ ਨਾਲ, ਮਾਰਕੀਟ ਜਿੱਦਾਂ ਡਿਵੈਲਪ ਹੁੰਦੀ ਪਈ ਹੈ, ਇੰਡੀਆ ਡਿਵੈਲਪ, ਕੰਟਰੀ ਡਿਵੈਲਪ ਹੁੰਦਾ ਪਿਆ, ਉਦੋਂ ਮਾਰਕੀਟਸ ਦੇ ਵਿੱਚ ਜਿਹੜੇ ਨੇ ਸੋਫਟਵੇਅਰ ਐਪਲੀਕੇਸ਼ਨ ਜਿਹੜੀਆਂ ਉਹ ਵੀ ਡਿਵੈਲਪ ਹੁੰਦੀਆਂ ਪਈਆਂ, ਸੋ ਉਹਦੇ ਅਕੋਰਡਿੰਗ ਜਿਹੜਾ ਵਾ ਨਿਊ ਪ੍ਰੋਡਕਟ ਨੂੰ ਰਿਪਲੇਸ ਕੀਤਾ ਜਾਂਦਾ ਬਾਏ ਦੀ ਓਲਡ ਪ੍ਰੋਡਕਟਸ ਦੇ ਨਾਲ। ਅਤੇ ਇਹ ਯੂਜ਼ ਹੁੰਦਾ ਹੈ ਸੋਫਟਵੇਅਰ ਟੂਲਸ ਦੁਆਰਾ, ਮਤਲਬ ਡਿਵੈਲਪਮੈਂਟ ਲਈ ਯੂਜ਼ ਕੀਤਾ ਜਾਂਦਾ ਹੈ। ਪਲੈਨਿੰਗ, ਐਨਾਲਿਸਿਸ, ਡਿਜ਼ਾਈਨਿੰਗ, ਇੰਪਲੀਮੈਂਟੇਸ਼ਨ, ਟੈਸਟਿੰਗ ਐਂਡ ਮੇਨਟੇਨੈਂਸ, ਇਹ ਜਿਹੜੇ ਨੇ ਮੇਜਰ ਪੁਆਇੰਟਸ ਨੇ ਜਿਹੜੇ ਕਿ ਹਰ ਮਾਡਲ ਦੇ ਵਿੱਚ ਫੋਲੋ ਕੀਤੇ ਜਾਂਦੇ ਨੇ, ਉੱਦਾਂ ਹੀ ਕੇਸ ਦੇ ਵਿੱਚ ਵੀ ਫੋਲੋ ਕੀਤੇ ਜਾਂਦੇ ਆ। ਕੇਸ ਟੂਲਸ ਕਿਹੜੇ ਹੁੰਦੇ ਨੇ? ਡਾਇਗਰਾਮ ਟੂਲਸ, ਜਿਹਦੇ ਵਿੱਚ DFDs, UML, ਸਟਰਕਚਰ ਚਾਰਟਸ, ਫਲੋ ਚਾਰਟਸ ਆਉਂਦੇ ਆ। ਦੈਨ ਇਜ਼ ਦਾ ਪ੍ਰੋਜੈਕਟ ਮੈਨੇਜਮੈਂਟ ਟੂਲ, ਜਿਹਦੇ ਵਿੱਚ ਓਪਨ ਪ੍ਰੋ ਜਾਂ ਪ੍ਰੋਜੈਕਟ ਲੇਬਰ ਆਉਂਦਾ। ਡਾਕੂਮੈਂਟੇਸ਼ਨ ਟੂਲ, ਡਾਕਟਰ ਐਕਸਪਲੇਨ ਆ ਜਾਏਗਾ। ਵੈਬ ਡਿਵੈਲਪਮੈਂਟ ਟੂਲਸ ਦੇ ਵਿੱਚ Adobe Edge Aspect ਆ ਜਾਂਦਾ। ਦੈਨ ਕੁਆਲਿਟੀ ਅਸ਼ੋਰੈਂਸ ਟੂਲ, ਦੈਟ ਇਜ਼ ਦੀ JMeter ਆ ਜਾਏਗਾ। ਮੇਨਟੇਨੈਂਸ ਟੂਲ ਵਿੱਚ Bugzilla ਆ ਜਾਏਗਾ। ਦੈਨ ਇਜ਼ ਦ ਕੌਨਫੀਗਰੇਸ਼ਨ ਮੈਨੇਜਮੈਂਟ, ਇੱਕ ਸੈਟ ਆਫ ਪੋਲਿਸੀਜ਼ ਹੈ, ਪ੍ਰੋਸੈਸਿਸ ਨੇ, ਟੂਲਸ ਨੇ, ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਵਾ ਇੱਕ ਸੋਫਟਵੇਅਰ ਸਿਸਟਮ ਨੂੰ ਚੇਂਜਸ ਕਰਨ ਲਈ, ਮਤਲਬ ਮੈਨੇਜ ਕਰਨ ਲਈ। 4 ਐਕਟੀਵਿਟੀਜ਼ ਹੁੰਦੀਆਂ, ਚੇਂਜ ਮੈਨੇਜਮੈਂਟ, ਵਰਜ਼ਨ ਮੈਨੇਜਮੈਂਟ, ਸਿਸਟਮ ਬਿਲਡਿੰਗ ਐਂਡ ਰਿਲੀਜ਼ ਮੈਨੇਜਮੈਂਟ। ਦੈਨ ਇਜ਼ ਦੀ ਵਰਜ਼ਨ ਕੰਟਰੋਲ, ਇੱਕ ਸਿਸਟਮ ਹੈ ਜਾਂ ਫਿਰ ਟੂਲ ਹੈ ਜਿਹਨੇ ਕਿ ਕੈਪਚਰ ਕਰਨਾ ਵਾ ਸਾਰੇ ਚੇਂਜਸ ਨੂੰ ਸੋਰਸ ਕੋਡ ਦੇ, ਮਤਲਬ ਇਹਨੇ ਕਿ ਜਿਹੜੇ ਵੀ ਚੇਂਜਸ ਹੁੰਦੇ ਪਏ ਨਾ, ਇਹਨੇ ਸਾਰੇ ਚੇਂਜਸ ਨੂੰ ਇੱਕ ਫਾਈਲ ਦੇ ਵਿੱਚ, ਇੱਕ ਫੋਲਡਰ ਦੇ ਵਿੱਚ ਜਿਹੜਾ ਵਾ ਇਮੇਜਸ ਜਾਂ ਬਾਈਨਰੀ ਫਾਰਮ ਦੇ ਵਿੱਚ ਇਕੱਠਾ ਕਰਕੇ ਰੱਖ ਲੈਣਾ ਵਾ, ਸਟੋਰ ਕਰਕੇ ਰੱਖ ਲੈਣਾ ਵਾ। ਜਾਂ ਫਿਰ ਇੱਕ ਰੈਪੋਜ਼ਿਟਰੀ ਹੈਗੀ ਹੈ ਫਾਈਲਸ ਦੀ, ਜਿਹਦੇ ਵਿੱਚ ਕਿ ਸਾਰੇ ਸੋਰਸ ਕੋਡਸ ਨੂੰ ਜਿਹੜਾ ਵਾ ਕੰਪਿਊਟਰ ਪ੍ਰੋਗਰਾਮ ਦੇ ਮੋਨੀਟਰ ਕੀਤਾ ਜਾਂਦਾ ਹੈ।
दैन इज द रिस्क मैनेजमेंट मॉनिटरिंग मिटिगेशन आ जाए चार प्रोसैस है दैट इज रिस्क वखरा है मिटिगेशन मॉनिटरिंग मैनेजमेंट या चार चीज़ां आंदियां रिस्क की होंदा कि सम काइंड ऑफ अनसर्टेनिटी आ जाती है ठीक है रिस्क तीन तरह के ने स्कैड्यूल बजट या टैक्नीकल स्कैड्यूल ਦੇ ਵਿੱਚ ਆ ਜਾਏਗਾ ਕਿ ਮਤਲਬ ਪ੍ਰੋਪਰਲੀ ਜਿਹੜਾ ਵਾ ਸਕੈਡਿਊਲ ਟਾਈਮ ਦੇ ਅਕੋਰਡਿੰਗਲੀ ਪ੍ਰੋਜੈਕਟ ਨਹੀਂ ਬਣੇਗਾ ਓਵਰ ਟਾਈਮ ਹੋ ਗਿਆ ਬਜਟ ਦੇ ਵਿੱਚ ਕੀ ਓਵਰ ਕੋਸਟ ਹੋ ਗਈ ਕੋਸਟ ਜਿਹੜੀ ਹੈ ਜ਼ਿਆਦਾ ਲੱਗ ਗਈ ठीक है तो टैक्नीकल ਦੇ ਵਿੱਚ ਕੋਈ एरर्स वगैरह आ गई या प्रॉपर्ली वर्क नहीं कर रहा कोई प्रोजेक्ट दैन मिटिगेशन की एफर्ट्स और प्रोसैस टू ओवरकम द रिस्क आप ओवरकम किद्दां करना रिस्क ਨੂੰ ਉਹਦੇ ਲਈ ਕਿਹੜੇ एफर्ट्स लगाए ਜਾਂਦੇ ਨੇ ਜਾਂ ਕਿਹੜਾ प्रोसैस यूज़ ਕੀਤਾ ਜਾਂਦਾ ਹੈ then is the monitoring ensure effective execution and then is the management assume mitigation activity failed and risk is reality risk management is there that is identify potential risk analyze them and take precautionary steps to reduce risk मतलब कि पोटेंशियल रिस्क ਨੂੰ ਆਈਡੈਂਟੀਫਾਈ ਕਰੋ ਉਹਨਾਂ ਨੂੰ ਐਨਾਲਾਈਜ਼ ਕਰੋ ਪ੍ਰੀਕਾਸ਼ਨਰੀ ਸਟੈਪਸ ਲਓ ਰਿਡਿਊਸ ਕਰਨ ਲਈ तीन एक्टिविटीज़ होंगे आइडेंटिफिकेशन असैसमेंट एंड कंटेनमेंट कि रिस्क की हैगा वै किद्दां रिस्क अफेक्ट करता वै तो कंटेनमेंट के आंदा कि आप रिस्क को अवॉइड किद्दां करना या ट्रांसफर करना या रिस्क लीवरेज आ जाएगी दैन इज द सॉफ्टवेयर रीयूज अचीव बैटर सॉफ्टवेयर क्वालिटी मोर क्विकली एट लोअर कोस्ट कि लोअर कोस्ट से आप जी बैटर क्वालिटी को अचीव करना डेवलपमेंट रीयूज एज अ गोल क्या आएगा आउटलाइन सिस्टम रिक्वायरमेंट्स search for usable components modify requirements and architectural design search for usable components and specify system components benefits की है increase reliability reduced process risk effective use of specialist standard compliance and accelerated development next is CBSE that is the component based software engineering एक ब्रांच है सॉफ्टवेयर इंजीनियरिंग की जिन्हें डिजाइनिंग ते कंस्ट्रक्शन देखनी है कंप्यूटर बेस्ड सिस्टम की ਇਹਦੇ ਵਿੱਚ ਵੀ ਚਾਰ ਐਕਟੀਵਿਟੀਜ਼ ਆਉਂਦੀਆਂ ਕੰਪੋਨੈਂਟ ਕੁਆਲੀਫਿਕੇਸ਼ਨ ਕੰਪੋਨੈਂਟ ਅਡੈਪਟੇਸ਼ਨ ਕੰਪੋਨੈਂਟ ਕੰਪੋਜੀਸ਼ਨ ਐਂਡ ਕੰਪੋਨੈਂਟ ਅਪਡੇਟ ਕੁਆਲੀਫਿਕੇਸ਼ਨ ਦੇ ਵਿੱਚ ਉਹਨੂੰ ਦੇਖਣਾ ਕਿ ਸਰਵਿਸਿਜ਼ ਜਿਹੜੇ ਪ੍ਰੋਵਾਈਡ ਕੀਤੇ ਉਹਨਾਂ ਦੇ ਅਕੋਰਡਿੰਗ ਕੁਆਲੀਫਾਈ ਕਰਨਾ ਅਡੈਪਟੇਸ਼ਨ ਦੇ ਵਿੱਚ ਆਏਗਾ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਵਾ ਕੰਪੋਜੀਸ਼ਨ ਦੇ ਵਿੱਚ ਐਂਡ ਪ੍ਰੋਡਕਟ ਅਤੇ ਅਪਡੇਟ ਦੇ ਵਿੱਚ ਅਪਡੇਟ ਕਰਨਾ ਆਪਾਂ ਸਿਸਟਮ ਨੂੰ दैन आता है सॉफ्टवेयर मेंटेनेंस की मॉडिफाई करना है अपडेशंस करनी है वा सॉफ्टवेयर एप्लीकेशंस दियाँ तो करैक्टली जो है डिलीवरी देनी है बिना एरर्स तो या परफॉर्मेंस वगैरह इंप्रूव करके मेंटेनेंस की लोड़ क्यों पई करैक्ट एरर्स चेंज इन यूजर रिक्वायरमेंट विद टाइम चेंजेस आ जाते हैं हार्डवेयर एंड सॉफ्टवेयर रिक्वायरमेंट्स इंप्रूव सिस्टम एफिशिएंसी ऑप्टिमाइज कोड एंड मॉडिफाई कंपोनेंट्स टाइप्स की करेक्टिव मेंटेनेंस प्रिवेंटिव मेंटेनेंस परफेक्टिव मेंटेनेंस एंड अडैप्टिव मेंटेनेंस हाँ टू टाइप ਦੇ ਵਿੱਚ 2 ਮਾਰਕਸ ਦੇ ਵਿੱਚ ਕੁਐਸਚਨ ਆ ਸਕਦਾ ਵਾ ਕਿ ਟਾਈਪਸ ਆਫ ਮੇਨਟੇਨੈਂਸ ਦੱਸੋ ਕਰੈਕਟਿਵ ਦੇ ਵਿੱਚ ਹੁੰਦਾ ਹੈ ਕਿ ਆਪਾਂ ਜਿਹੜਾ ਵਾ ਕਰੈਕਟ ਪ੍ਰੋਡਕਟ ਜਿਹੜਾ ਵਾ ਰਿਲੀਜ਼ ਕਰਨਾ ਪ੍ਰੀਵੈਂਟਿਵ ਦੇ ਵਿੱਚ ਕਹਿੰਦਾ ਕਿ ਕੋਈ ਵੀ ਐਰਰ ਵਗੈਰਾ ਵਾ ਤਾਂ ਅਸੀਂ ਉਹਨਾਂ ਨੂੰ ਕਿੱਦਾਂ ਪ੍ਰੀਵੈਂਟ ਕਰਨਾ ਪਰਫੈਕਟਿਵ ਦੇ ਵਿੱਚ ਹੁੰਦਾ ਕਿ ਪ੍ਰੋਪਰਲੀ ਜਿਹੜਾ ਪਰਫੈਕਟ ਹੋਣਾ ਚਾਹੀਦਾ ਵਾ ਕਰੈਕਟ ਹੋਣਾ ਚਾਹੀਦਾ ਵਾ ਅਤੇ ਅਡੈਪਟਿਵ ਕਿ ਈਜ਼ਲੀ ਅਡੈਪਟੇਬਲ ਹੋ ਜਾਵੇ ਹਰ ਸਿਚੁਏਸ਼ਨ ਦੇ ਵਿੱਚ दैन इज द इंटीग्रेटेड चेंज कंट्रोल रिव्यू करना सारे चेंजेस ਨੂੰ रिक्वायर्ड है ਜਿਹੜੇ विद इन द प्रोजेक्ट इनपुट ਨੂੰ देखना टूल्स टेक्निक्स देखने एंड आउटपुट्स देखने हैं दैन इज दी एथिक्स की ने दैट इज द ब्रांच और फिलोसफी ਜਿਹੜੇ ਕਿ ਇਨਵੋਲਵ ਕੀਤੀ ਜਾਂਦੀ ਹੈ ਸਿਸਟਮਾਈਜ਼ ਕਰਨ ਲਈ ਡਿਫੈਂਡਿੰਗ ਐਂਡ ਰਿਕਮੈਂਡ ਕਰਨ ਲਈ ਕਨਸੈਪਟ ਨੂੰ ਮਤਲਬ ਕਿ ਆਪਾਂ ਰਾਈਟ ਐਂਡ ਰੋਂਗ ਬਿਹੇਵੀਅਰ ਦੇਖਣਾ ਕਿ ਕਿਸ ਤਰੀਕੇ ਨਾਲ ਕਿ ਪ੍ਰੋਜੈਕਟ ਜਿਹੜਾ ਵਾ ਬਣਾਇਆ ਜਾਏਗਾ ਠੀਕ ਹੈ ਸਾਰੀ ਡਿਜ਼ਾਈਨਿੰਗ ਟੈਸਟਿੰਗ ਮੇਨਟੇਨਿੰਗ डिप्लॉइंग वगैरह सारा कुछ इंक्लूड करता है रिस्पॉन्सिबिलिटी देखता है प्रोफेशनल स्टैंडर्ड्स देखेगा ऑनेस्टी कॉम्पिटेंस अकाउंटेबिलिटी इंटीग्रिटी पब्लिक इंटरेस्ट रिस्पेक्ट करना यूज़र की प्राइवेसी में प्रमोट फेलियर्स हाई क्वालिटी प्रोडक्ट बनाना प्रिंसिपल्स की इंजीनियरिंग एथिक्स इंटीग्रिटी एंड इंडिपेंडेंस ethical approach to management fair and supportive continue learning highest professional standards develop organized environment and promote public knowledge then are the ethical issues currently addictive design corporate ownership algorithmic bias and weak cyber security इंटैलेक्चुअल राइट्स एंड प्लैगरिज्म ਦੇ ਵਿੱਚ ਕੀ ਹੈ ਕਿ ਕੋਡ ਔਰ ਪ੍ਰੋਗਰਾਮ ਜਿਹੜਾ ਹੈ ਇਸ ਤਰੀਕੇ ਦੇ ਨਾਲ ਜਾਣਾ ਹੈ ਕਿ ਉਹ ਜਿਹੜਾ ਲਾਜ਼ ਨੂੰ ਪ੍ਰੋਟੈਕਟ ਕਰੇਗਾ ਮਤਲਬ ਕਿ ਕਾਪੀ ਵਗੈਰਾ ਨਾ ਅਸੀਂ ਕਰਦੇ ਹੋਈਏ ਜਿਵੇਂ ਕਿ YouTube ਦੇ ਵਿੱਚ ਜਿਵੇਂ ਕਿ ਹੁਣ YouTube ਵੀਡੀਓਜ਼ ਬਣਦੀਆਂ ਕੋਈ ਜਿਹੜਾ ਵਾ ਸੇਮ ਮਟੀਰੀਅਲ ਨੂੰ ਕਾਪੀ ਪੇਸਟ ਕਰ ਲੈਂਦਾ ਵਾ ਅਤੇ ਆਪਣਾ ਨਾਮ ਰੱਖ ਲੈਂਦਾ ਠੀਕ ਹੈ ਜਾਂ ਫਿਰ ਕੋਈ ਜਿਹੜਾ ਵਾ ਆਪਾਂ ਉਹੀ ਚੀਜ਼ ਨੂੰ ਥੋੜ੍ਹੇ ਜਿਹੇ ਚੇਂਜਸ ਕਰਕੇ ਨਵਾਂ ਬਣਾ ਦਿੰਦੇ ਹਾਂ ਉਹ ਚੀਜ਼ ਆ ਜਾਂਦੀ ਹੈ ਕਾਪੀ ਥੈਫਟ ਜਾਂ ਨਾਟ ਪਰਮਿਟ ਬਾਈ ਓਨਰ ਯੂਜ਼ ਨੂੰ ਕਿ ਓਨਰ ਨੂੰ ਪਤਾ ਹੀ ਨਹੀਂ ਹੈ ਅਤੇ ਆਪਾਂ ਉਹਦੀ ਚੀਜ਼ਾਂ ਨਾਲ ਇੱਦਾਂ ਹੀ ਚੇਂਜਸ ਕਰ ਰਹੇ ਹਾਂ ਜਾਂ ਆਪਾਂ ਗਲਤ ਯੂਜ਼ ਕਰ ਰਹੇ ਹਾਂ ਉਹ ਚੀਜ਼ प्लैगरिज्म ਦੇ ਵਿੱਚ ਕੀ ਹੈ ਕਿ ਯੂਜ਼ ਕਨਸੈਪਟਸ ਵਰਡਸ ਮੈਨੂਸਕ੍ਰਿਪਟ ਡੇਟਾ ਵਿਦਆਊਟ ਐਕਨੋਲੇਜਮੈਂਟ ਆਫ ਓਰੀਜਨਲ ਯੂਜ਼ ਮਤਲਬ ਕਿ ਪਲੈਗਰਿਜ਼ਮ ਦਾ ਮਤਲਬ ਕਿ ਆਪਾਂ ਗਲਤ ਤਰੀਕੇ ਦੇ ਨਾਲ ਜਿਹੜੇ ਵਾ ਚੀਜ਼ਾਂ ਨੂੰ ਯੂਜ਼ ਕਰ ਰਹੇ ਹਾਂ ਈਵਨ ਓਨਰ ਨੂੰ ਪਤਾ ਹੀ ਨਹੀਂ ਹੈ ਕਾਪੀ ਪੇਸਟ ਕਰ ਰਿਹਾ ਫਾਈਂਡ ਰਿਪਲੇਸ ਸ਼ੇਅਰਿੰਗ ਵਰਕ ਰੀਸਾਈਕਲਿੰਗ ਇੰਪਰੋਪਰ ਸੈਟਿੰਗ ਪਰਚੇਜ਼ਿੰਗ ਰੀਮਿਕਸਿੰਗ ਹੋ ਰਹੀ ਹੈ दैट इज़ द प्रोफेशनल कोड ऑफ कंडक्ट गवर्न करना न बिहेवियर ऑफ सॉफ्टवेयर इंजीनियर्स का प्रिंसिपल्स की है रिस्पॉन्सिबिलिटी लैनी है सी इंश्योर करना है कि सॉफ्टवेयर जो है सेफ है डिसकलोज करना है जे कोई भी डेंजर आ सकता है या कोई हैगा तो उसने पहले ही कस्टमर को दसना है ऑनेस्ट होना है
ਟਰੂਥਫੁਲ ਹੋਣਾ ਚਾਹੀਦਾ ਆਪਣੀ ਕੁਆਲੀਫਿਕੇਸ਼ਨਸ ਦੇ ਨਾਲ, ਬੈਸਟ ਇੰਟਰਸਟ ਆਫ ਕਲਾਇੰਟ ਦੇ ਨਾਲ ਐਕਟ ਕਰਨਾ ਵਾ, ਪ੍ਰੋਪਰਲੀ ਕਮਿਊਨੀਕੇਸ਼ਨ ਕਰਨੀ ਹੈ ਫੇਸ ਟੂ ਫੇਸ, ਠੀਕ ਹੈ। ਮਤਲਬ ਕੋਈ ਵੀ ਐਰਰਸ ਵਗੈਰਾ ਹੈ ਨਾ, ਅਸੀਂ ਜਿਹੜਾ ਵਾ ਪ੍ਰੋਪਰਲੀ ਦੱਸਣਾ ਵਾ, ਟਰਸਟ ਜਿਹੜਾ ਵਾ ਅਸੀਂ ਉਹ ਗੇਨ ਕਰਨਾ, ਠੀਕ ਹੈ। ਇਨਸ਼ੋਰ ਕਰਨਾ ਹੈ ਕਿ ਪ੍ਰੋਡਕਟ ਜਿਹੜਾ ਹਾਈਐਸਟ ਪ੍ਰੋਫੈਸ਼ਨਲ ਸਟੈਂਡਰਡਸ ਨੂੰ ਵੀ ਮੀਟ ਕਰ ਰਿਹਾ ਵਾ, ਟੈਕਨੀਕਲ ਸਕਿੱਲਸ ਨੂੰ ਮਿਸਯੂਜ਼ ਨਹੀਂ ਕਰ ਰਿਹਾ। ਦੈਟ ਇਜ਼ ਆਲ ਅਬਾਊਟ ਦ ਸੋਫਟਵੇਅਰ ਇੰਜੀਨੀਅਰਿੰਗ।